ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਹੜੀਆਂ ਸਾਰਾ ਦਿਨ ਸੁਰਖੀਆਂ ਦਾ ਕੇਂਦਰ ਬਣੀਆਂ ਰਹੀਆਂ ਨੇ। ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਆਪਣੇ ਗਵਾਂਢੀ ਦੇਸ਼ ਨੇਪਾਲ ਦੀ ਗੱਲ ਕਰ ਲੈਂਦੇ ਹਾਂ। ਨੇਪਾਲ ਦੇ ਵਿੱਚ ਇਸ ਸਮੇਂ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਕਈ ਮੌਤਾਂ ਹੋ ਚੁੱਕੀਆਂ ਨੇ, ਕਈ ਲੋਕ ਜ਼ਖਮੀ ਨੇ। ਆંકੜਾ ਤੁਸੀਂ ਜ਼ਰੂਰ ਸਾਰਾ ਸਾਂਝਾ ਕਰ ਦਿਓ। ਪਰ ਇਹ ਸਥਿਤੀ ਬਣੀ ਕਿਉਂ ਹੈ ਜੀ? ਧਰਨੇ ਪ੍ਰਦਰਸ਼ਨ ਇੰਨੇ ਵੱਡੇ ਪੱਧਰ ਤੇ ਅਚਾਨਕ ਕਿਉਂ ਹੋ ਗਏ? ਇਹ ਟੈਂਸ ਸਥਿਤੀ ਬਣੀ ਕਿਉਂ ਹੈ ਜੀ? ਦੇਖੋ, ਨੇਪਾਲ ਦੇ ਵਿੱਚ ਜਿਹੜੀ ਮੌਕੇ ਦੀ ਹਕੂਮਤ ਹੈ ਉਹਨੇ ਸੋਸ਼ਲ ਮੀਡੀਆ ਤੇ ਬੈਨ ਲਾ ਦਿੱਤਾ, ਜਿਸ ਕਰਕੇ ਇਹ ਵਿਰੋਧ ਪ੍ਰਦਰਸ਼ਨ ਹੋਏ ਨੇ। ਤੇ ਜਿਹੜੀ ਜੈਨਜੀ ਜਨਰੇਸ਼ਨ ਹੈ ਉਹ ਇਹਨਾਂ ਜਿਹੜੇ ਪ੍ਰੋਟੈਸਟ ਹੈਗਾ ਇਹਨਾਂ ਦੀ ਅਗਵਾਈ ਕਰ ਰਹੀ ਹੈ। ਤਕਰੀਬਨ ਮੰਨਿਆ ਜਾ ਰਿਹਾ ਹੈਗਾ ਕਿ 10 ਤੋਂ 15,000 ਤੱਕ ਜਿਹੜੇ ਨੌਜਵਾਨ ਨੇ ਉਹ ਸੜਕਾਂ ਤੇ ਉਤਰੇ ਹੋਏ ਆ। ਅੱਜ ਜੀ ਜਿਹੜਾ ਸੋਸ਼ਲ ਮੀਡੀਆ ਬੈਨ ਨੂੰ ਲੈ ਕੇ ਕਾਠਮਾਂਡੂ ਦੇ ਵਿੱਚ ਤਕਰੀਬਨ 10,000 ਤੋਂ ਵੱਧ ਜਿਹੜੇ ਨੌਜਵਾਨ ਸੀਗੇ ਉਹ ਸੜਕਾਂ ਤੇ ਸੀਗੇ। ਕੁਝ ਜੀ ਜਾਣਿਆਂ ਨੇ ਜਿਹੜੀ ਨੇਪਾਲ ਦੀ ਪਾਰਲੀਮੈਂਟ ਹੈ ਉਹਦੇ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਕਰਕੇ ਜਿਹੜੀ ਉੱਥੋਂ ਦੀ ਆਰਮੀ ਸੀ ਉਹਨੇ ਕਈ ਰਾਉਂਡ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈਗਾ ਕਿ 20 ਤੋਂ ਵੱਧ ਨੌਜਵਾਨਾਂ ਦੀ ਮੌਤ ਹੋਈ ਹੈ ਤੇ 300 ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਫੱਟੜ ਹੋਏ ਨੇ। ਲਾਠੀਚਾਰਜ ਵੀ ਕੀਤਾ ਗਿਆ ਹੈਗਾ। ਜਿਹੜਾ ਨੇਪਾਲ ਦੀ ਪਾਰਲੀਮੈਂਟ ਹੈ, ਫਿਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਜਿਹੜਾ ਆਵਾਸ ਹੈ ਉੱਥੇ ਵੀ ਕਰਫਿਊ ਲਾ ਦਿੱਤਾ ਗਿਆ ਹੈਗਾ। ਜਿਹੜੇ ਕਾਠਮਾਂਡੂ 'ਚ ਜਿਹੜੇ ਜੋ ਵੀ ਨੌਜਵਾਨ ਤੋੜ ਭੰਨ ਕਰੂਗਾ ਉਹਨੂੰ ਗੋਲੀ ਮਾਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਘਸਬੈਠੀਏ ਸੀਗੇ ਉਹ ਜਿਹੜੀ ਨੇਪਾਲ ਦੀ ਪਾਰਲੀਮੈਂਟ ਸੀ ਉਹਦੇ ਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਨੇਪਾਲ ਦੀ ਪਾਰਲੀਮੈਂਟ ਤੇ ਕਿਤੇ ਨਾ ਕਿਤੇ ਕਬਜ਼ਾ ਕਰਨਾ ਚਾਹੁੰਦੇ ਸੀ, ਪਰ ਉਹ ਹੋਇਆ ਨਹੀਂ। ਸੋਸ਼ਲ ਜੀ ਮੀਡੀਆ ਐਪ ਹਾਲਾਂਕਿ ਦੁਬਾਰੇ ਤੋਂ ਸ਼ੁਰੂ ਕਰ ਦਿੱਤੀਆਂ ਹਨ, ਲੇਕਿਨ ਇੱਕ ਵਾਰ ਜਦੋਂ ਬਲੌਕ ਕੀਤੀਆਂ ਗਈਆਂ ਉਸ ਤੋਂ ਬਾਅਦ ਵੱਡੇ ਆਪਾਂ ਨੂੰ ਪ੍ਰਦਰਸ਼ਨ ਨੇਪਾਲ ਦੇ ਵਿੱਚ ਦੇਖਣ ਨੂੰ ਮਿਲੇ। ਤੇ ਅੱਜ ਵੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਜਿਹੜੇ ਨੌਜਵਾਨ 3 ਸਤੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਜੀ ਜਿਹੜੇ ਨੌਜਵਾਨ ਸੀਗੇ ਉੱਥੇ ਅੰਦੋਲਨਰਤ ਹੈਗੇ, ਅੰਦੋਲਨ ਕਰ ਰਹੇ ਨੇ। 28 ਅਗਸਤ ਨੂੰ ਜਦੋਂ ਨੋਟਿਸ ਜਾਰੀ ਕੀਤਾ ਗਿਆ ਸੀ, ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਦੋਂ 7 ਦਿਨ ਦਾ ਸਮਾਂ ਮੰਗਿਆ ਗਿਆ ਸੀਗਾ। ਤੇ ਹੁਣ ਜਦੋਂ ਸਮਾਂ ਪੂਰਾ ਹੋ ਗਿਆ ਫਿਰ ਨੌਜਵਾਨਾਂ ਨੇ ਇਹ ਅੰਦੋਲਨ ਕੀਤਾ। ਯੂਥਸ ਅਗੇਂਸਟ ਕਰਪਸ਼ਨ ਦਾ ਨਾਰਾ ਵੀ ਬੁਲੰਦ ਕੀਤਾ ਗਿਆ, ਯਾਨੀ ਕਿ ਸਰਕਾਰ ਇਸ ਸਰਕਾਰ ਚ ਮੌਕੇ ਦੀ ਹਕੂਮਤ ਚ ਜਿਹੜਾ ਕਰਪਸ਼ਨ ਚੱਲ ਰਿਹਾ ਹੈਗਾ ਉਹਦੇ ਉਲਟ ਵੀ ਜਿਹੜੇ ਨੌਜਵਾਨ ਹੈਗੇ ਆ ਉਹ ਅੱਗੇ ਆਏ ਨੇ। ਬਹੁਤ ਸਾਰੇ ਸਕੂਲ ਦੇ ਡਰੈਸ ਚ ਵੀ ਜਿਹੜੇ ਨੌਜਵਾਨ ਸੀਗੇ ਉਹ ਵੀ ਦੇਖਣ ਨੂੰ ਮਿਲੇ। ਕੁੜੀਆਂ ਦੀ ਬਹੁਤ ਵੱਡੀ ਭਾਗੀਦਾਰੀ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਆ। ਤੇ ਜਦੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਉਹਦੇ ਨੌਜਵਾਨਾਂ ਨੇ ਵਾਪਸ ਵੀ ਜਿਹੜੀ ਨੇਪਾਲ ਦੀ ਸੈਨਾ ਉਹਦੇ ਵੱਲ ਭੇਜੇ ਗਏ। NHRC ਜਿਹੜੀ ਨੇਪਾਲ ਦੀ ਮਾਨਵ ਅਧਿਕਾਰ ਆਯੋਗ ਹੈ ਉਹਨੇ ਕਿਹਾ ਕਿ ਜਿਹੜੇ ਬੱਚੇ ਮਾਰੇ ਗਏ ਹੈਗੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਹਜੇ ਤੱਕ ਆਪਾਂ ਕਹਿ ਲਈਏ ਕਿ ਜਿਹੜਾ ਪ੍ਰਦਰਸ਼ਨਕਾਰੀਆਂ ਦੇ ਅੰਦਰ ਉਬਾਲ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਹੀ ਰਿਹਾ ਹੈ। ਜਿਹੜੇ ਲੋਕ ਨੇ ਉੱਥੇ ਉਹ ਵੀ ਡਰੇ ਹੋਏ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉੱਥੇ ਉਸ ਤੋਂ ਪਹਿਲਾਂ ਵੀ ਅੰਦੋਲਨ ਹੋ ਰਹੇ ਸੀ ਨੌਜਵਾਨਾਂ ਦੇ, ਹੁਣ ਵੀ ਲਗਾਤਾਰ ਅੰਦੋਲਨ ਉੱਥੇ ਹੋ ਰਹੇ ਨੇ। ਤੇ ਲਗਾਤਾਰ ਇਹ ਸਥਿਤੀ ਉੱਥੇ ਬਣੀ ਹੋਈ ਹੈ। ਕ੍ਰਿਟੀਕਲ ਤੁਸੀਂ ਕਹਿ ਸਕਦੇ ਹੋ। YouTube ਵਰਗੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ, ਫੇਸਬੁੱਕ ਸੀਗਾ, WhatsApp ਸੀਗਾ, ਸਾਰੇ ਹੀ ਵੱਡੇ ਪਲੇਟਫਾਰਮ ਬੰਦ ਕਰ ਦਿੱਤੇ ਗਏ ਸੀ। ਟਿਕਟੋਕ, ਵਾਈਬਰ, ਇਸ ਕਿਸਮ ਦੇ ਪਲੇਟਫਾਰਮਾਂ ਤੇ ਹਾਲਾਂਕਿ ਬੈਨ ਨਹੀਂ ਲੱਗਿਆ ਸੀਗਾ। ਮੇਨਲੀ 3 ਪਲੇਟਫਾਰਮ ਸੀਗੇ ਜਿਹੜੇ ਵੱਡੇ, ਉਹਦਾ 26 ਸੋਸ਼ਲ ਮੀਡੀਆ ਪਲੇਟਫਾਰਮ ਬੈਨ ਕੀਤੇ ਗਏ ਸੀ, ਪਰ 3 ਵੱਡੇ ਜਿਵੇਂ WhatsApp, Facebook ਅਤੇ YouTube, ਇਹ 3 ਵੱਡੇ ਪਲੇਟਫਾਰਮ ਸੀ ਜਿਨ੍ਹਾਂ ਤੇ ਜੀ ਬੈਨ ਲਾਇਆ ਗਿਆ ਸੀਗਾ। 26 ਟੋਟਲ ਜੀ ਸੀਗੇ। ਸਿਰਫ ਜਿਵੇਂ ਟਿਕਟੋਕ, ਵਾਈਬਰ ਇਹ ਬਚੇ ਸੀਗੇ, ਬਾਕੀ ਸਾਰਿਆਂ ਤੇ ਹੀ ਬੈਨ ਲਾ ਦਿੱਤਾ ਗਿਆ ਸੀਗਾ। ਤੇ ਸਰਕਾਰ ਦਾ ਕਹਿਣਾ ਸੀਗਾ ਕਿ ਗਲਤ ਕੰਟੈਂਟ ਹਟਾਉਣ ਵਾਸਤੇ ਅਸੀਂ ਇਹ ਸਾਰਾ ਕੁਝ ਕੀਤਾ ਸੀਗਾ। ਜੀ ਖੈਰ, ਨੇਪਾਲ ਦਾ ਜਿਹੜਾ ਯੂਜ਼ਰ ਬੇਸ ਹੈ ਉਹ ਬਹੁਤ ਛੋਟਾ ਹੈਗਾ, ਕੋਈ ਜ਼ਿਆਦਾ ਨਹੀਂ ਹੈ। ਉਹਦੇ ਚ ਜ਼ਿਆਦਾਤਰ 18 ਤੋਂ 30 ਸਾਲ ਦੇ ਮੁੰਡੇ ਕੁੜੀਆਂ ਹੀ ਨੇ, ਉਹੀ ਆਪਾਂ ਦੇਖ ਰਹੇ ਸੜਕਾਂ ਤੇ ਸੀਗੇ, ਕਿਉਂਕਿ ਉੱਥੇ ਜੀ ਇੰਟਰਨੈਟ ਖਾਸਾ ਖਰਚੀਲਾ ਹੈ। ਤੇ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਇਸ ਅੰਦੋਲਨ ਦਾ। ਪਰ ਅੱਜ ਜਿਹੜਾ ਬੈਨ ਲਾਇਆ ਗਿਆ ਸੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਉਹ ਨੇਪਾਲ ਸਰਕਾਰ ਨੇ ਲਿਫਟ ਕਰ ਲਿਆ ਹੈਗਾ। ਪਰ
ਉਸ ਦੇ ਉੱਤੇ ਕਿਤੇ ਨਾ ਕਿਤੇ 20 ਮੁੰਡੇ ਕੁੜੀਆਂ ਦੀ ਮੌਤ ਦੇ ਦਾਗ ਤਾਂ ਲੱਗੀ ਗਏ। ਜੀ, ਉਧਰ ਧਨਖੜ ਸਾਹਿਬ ਦੇ ਅਸਤੀਫੇ ਦੇ ਦੇਣ ਤੋਂ ਬਾਅਦ ਕੱਲ ਹੁਣ ਭਲਕੇ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣ ਹੈ ਤੇ ਇਹ ਚੋਣ ਕਿੰਨੀ ਖਾਸ ਰਹਿਣ ਵਾਲੀ ਹੈ ਤੇ ਇਹ ਚੋਣ ਜਿਹੜੇ ਵੀ ਧੜੇ ਵੱਲ ਜਾਂਦੀ ਹੈ, ਜਿਹੜਾ ਵੀ ਧੜਾ ਜਿੱਤਦਾ ਹੈ, ਕਿੰਨਾ ਕੁ ਪ੍ਰਭਾਵ ਬਣਵਾਊਗੀ ਜਾਂ ਫਿਰ ਕੀ ਇਸ ਦੇ ਸਿੱਟੇ ਅਸੀਂ ਦੇਖ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਧੜੇ ਇਸ ਜਿੱਤ ਨੂੰ ਕਿੱਦਾਂ ਦੇਖਣਗੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਚੋਣ ਹੋਣ ਜਾ ਰਿਹਾ ਹੈਗਾ, ਉਹਦੇ 'ਚ ਜੀ ਕਲੀਅਰ ਮੈਜੋਰਿਟੀ ਕਿਤੇ ਨਾ ਕਿਤੇ ਐਨਡੀਏ ਸਰਕਾਰ ਕੋਲ ਹੈਗੀ ਆ। ਉਹਦੇ ਕੋਲ ਰਾਜ ਸਭਾ ਦੇ ਵਿੱਚ ਵੀ ਸਾਂਸਦ ਵੱਧ ਨੇ ਤੇ ਲੋਕ ਸਭਾ ਦੇ ਵਿੱਚ ਵੀ ਸਾਂਸਦ ਵੱਧ ਨੇ। ਤਾਂ ਇੱਕ ਤਾਂ ਮੈਨੂੰ ਇਹ ਲੱਗਦਾ ਵਾ ਕਿ ਕੋਈ ਇਹ ਇਲੈਕਸ਼ਨ ਨਿਰਵਿਵਾਦ ਤੌਰ ਤੇ ਐਨਡੀਏ ਜਿੱਤ ਜੂਗੀ। ਹਾਲਾਂਕਿ ਇਹ ਜੀ ਕਿਹਾ ਜਾ ਰਿਹਾ ਹੈਗਾ ਕਿ ਕਿਉਂਕਿ ਜਿਹੜਾ ਇੰਡੀਆ ਅਲਾਇੰਸ ਨੇ ਜਿਹੜਾ ਆਪਾਂ ਕਹਿ ਲਈਏ ਕਿ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਗਾ, ਉਹ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ। ਇਹ ਗੱਲ ਚੱਲੀ ਹੈਗੀ ਆ ਕਿ ਕੀ ਪਤਾ ਕੇਸੀਆਰ ਵੋਟਾਂ ਪਵਾ ਦੇ ਤੇ ਚੰਦਰਬਾਬੂ ਨਾਇਡੂ ਵੋਟਾਂ ਪਵਾ ਦੇਵੇ ਜਾਂ ਫਿਰ ਨਿਤੀਸ਼ ਵੀ ਵੋਟਾਂ ਪਵਾ ਦੇ, ਪਰ ਏਦਾਂ ਦਾ ਮੈਨੂੰ ਹੁੰਦਾ ਲੱਗਦਾ ਨਹੀਂ। ਇਹ ਸਿਰਫ ਔਰ ਸਿਰਫ ਆਪਾਂ ਕਹਿ ਲਈਏ ਕਿ ਜਿਹੜਾ ਅਲਟਰਨੇਟ ਮੀਡੀਆ, ਮੋਦੀ ਦੇ ਉਲਟ ਵਾਲਾ ਜਿਹੜਾ ਮੀਡੀਆ ਗਾ, ਉਹ ਇਸ ਕਿਸਮ ਦੀਆਂ ਖਬਰਾਂ ਚਲਾ ਰਿਹਾ ਹੈਗਾ ਕਿ ਹੋ ਜਾਊਗਾ ਵੱਡਾ ਖੇਡ, ਹਾਰ ਜੂਗੇ ਇਸ ਵਾਰ ਐਨਡੀਏ ਵਾਲੇ। ਪਰ ਮੈਨੂੰ ਨਹੀਂ ਲੱਗਦਾ ਕਿ ਐਨਡੀਏ ਇਸ ਵਾਰ ਰਾਸ਼ਟਰਪਤੀ ਦੇ ਚੋਣ ਹਾਰ ਰਹੇ ਨੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦਾ ਹੀ ਬਣੂਗਾ। ਆਰਐਸਐਸ ਦਾ ਸੀਪੀ ਰਾਧਾ ਕ੍ਰਿਸ਼ਨਨ ਉਹਨਾਂ ਨੇ, ਜਿਹੜਾ ਕਿ ਮਹਾਰਾਸ਼ਟਰ ਦਾ ਰਾਜਪਾਲ ਹੁੰਦਾ ਸੀ, ਉਹਨੂੰ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਬਣਾਇਆ ਹੈਗਾ। ਜਗਦੀਪ ਧਨਖੜ ਬਾਰੇ ਦੇਖੋ, ਅੱਜ ਤਕਰੀਬਨ 50 ਦਿਨ ਹੋ ਗਏ ਹੈਗੇ ਉਹਨਾਂ ਦੇ ਇਸਤੀਫੇ ਨੂੰ। ਧਨਖੜ ਕੋਲ ਦੋ ਵਿਕਲਪ ਸੀਗੇ, ਇੱਕ ਤਾਂ ਉਹਨਾਂ ਨੂੰ ਇਸਤੀਫਾ ਦੇਣ ਵਾਸਤੇ ਕਿਹਾ ਸੀ, ਨਹੀਂ ਤਾਂ ਫਿਰ ਉਹਨਾਂ ਤੇ ਨੋ ਕੌਨਫੀਡੈਂਸ ਮੋਸ਼ਨ ਲਾਇਆ ਜਾਣਾ ਸੀਗਾ। ਉਹਨਾਂ ਦੇ ਕਰੀਬੀ ਕਹਿ ਰਹੇ ਨੇ ਕਿ ਉਹਨਾਂ ਨੇ 40 ਕਿਲੋ ਜਲੇਬੀ ਮੰਗਾਈ, ਉਹ ਖਾਈ ਆਰਾਮ ਨਾਲ, ਤੇ ਅੱਜ ਕੱਲ ਜੀ ਉਹ ਆਬੇ ਚਟਾਲੇ ਦੇ ਫਾਰਮ ਹਾਊਸ ਤੇ ਡਟੇ ਹੋਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਸਹੀ ਟਾਈਮ ਆਣ ਤੇ ਬੋਲਣਗੇ। ਹੁਣ ਦੇਖਦੇ ਹਾਂ, ਜਿਵੇਂ ਸਤਿਆਪਾਲ ਮਲਿਕ ਸੀਗੇ, ਉਹਨਾਂ ਨੇ ਖੁੱਲ ਕੇ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ, ਉਹਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਸੀ। ਦੇਖਦੇ ਹਾਂ ਕਿ ਜੀ ਕੀ ਜਿਹੜਾ ਇਹ ਧਨਖੜ ਹੈ, ਮੈਨੂੰ ਹਾਲਾਂਕਿ ਉਮੀਦ ਘੱਟ ਹੈ ਜਗਦੀਪ ਧਨਖੜ ਤੋਂ। ਦੇਖਦੇ ਹਾਂ ਕਿ ਇਹ ਕੋਈ ਖੁਲਾਸਾ ਕਰੂਗਾ ਜਾਂ ਨਹੀਂ ਕਰੂਗਾ, ਕਿਉਂ ਇਹ ਤੋਂ ਇਸਤੀਫਾ ਮੰਗਿਆ ਗਿਆ, ਕੀ ਕਾਰਨ ਸੀਗੇ। ਹਜੇ ਤੱਕ ਇਹ ਦੱਸਿਆ ਜਾ ਰਿਹਾ ਹੈਗਾ ਕਿ ਉਹ ਚੁੱਪ ਹੀ ਨੇ ਤੇ ਹਜੇ ਜੀ ਤੱਕ ਉਹਨਾਂ ਨੇ ਕੋਈ ਵੀ ਇਹਦੇ ਤੇ ਬਿਆਨ ਦਿੱਤਾ ਨਹੀਂ ਹੈ। ਉਹ ਅਭੈ ਚੌਟਾਲੇ ਦੇ ਫਾਰਮ ਹਾਊਸ ਤੇ ਆਪਣਾ ਆਨੰਦ ਪਿਛਲੇ ਕੁਝ ਦਿਨਾਂ ਤੋਂ ਉਹ ਅਭੈ ਚੌਟਾਲੇ ਦੇ ਫਾਰਮ ਹਾਊਸ ਤੇ ਡਟੇ ਹੋਏ ਨੇ। ਜੀ, ਸੋ ਅੱਗੇ ਜੇਕਰ ਇਸ ਤੋਂ ਆਪਾਂ ਵੱਧਦੇ ਹਾਂ ਤਾਂ ਉਧਰ ਜਿੱਥੇ ਪੰਜਾਬ, ਹਰਿਆਣਾ, ਹੋਰ ਕਈ ਸਟੇਟਾਂ, ਦਿੱਲੀ ਐਨਸੀਆਰ ਦੇ ਵਿੱਚ ਵੀ ਪਾਣੀ ਕਾਫੀ ਚੜ੍ਹਿਆ ਹੋਇਆ ਸੀ। ਇਹ ਮਾਰ ਦੇ ਹੇਠ ਨੇ, ਪਾਣੀ ਦੇ ਹੜ੍ਹਾਂ ਦੀ ਮਾਰ ਦੇ ਹੇਠ ਨੇ। ਉੱਥੇ ਹੀ ਹੁਣ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵਿਚਾਲੇ ਕਾਫੀ ਜਗ੍ਹਾ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ। ਲੋਕ ਕਹਿ ਰਹੇ ਨੇ ਕਿ ਸਮੇਂ ਸਿਰ ਸਹੀ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ ਗਈਆਂ, ਜਿਸ ਕਰਕੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਇਸੇ ਤਰੀਕੇ ਦੇ ਨਾਲ ਘੱਗਰ ਦੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਤੇ ਆਮ ਪਿੰਡਾਂ ਵਾਲੇ ਲੋਕ ਆਮੋ ਸਾਹਮਣੇ ਹੋਏ ਨੇ। ਪੰਚਕੂਲੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਇਹ ਸਾਰੀ ਸਥਿਤੀ ਬਣਦੀ ਹੈ, ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਗੱਲਬਾਤ ਕੀ ਹੈ ਜੀ ਸਾਰੀ, ਕਿੱਥੋਂ ਕਿੱਥੋਂ ਦੀਆਂ ਇਹ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ? ਵੈਸੇ ਦੱਸ ਦਈਏ, ਇੱਕ ਘਟਨਾ ਇੱਥੇ ਪੰਜਾਬ ਦੇ ਰੋਪੜ 'ਚ ਵੀ ਵਾਪਰੀ ਸੀ। ਕਿਸਾਨਾਂ ਨੇ ਤੇ ਹੋਰ ਜਿਹੜੇ ਆਮ ਲੋਕ ਸੀ, ਉਹਨਾਂ ਨੇ ਸੜਕ ਜਾਮ ਕਰ ਦਿੱਤੀ ਸੀ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਹੋਇਆਂ ਵੀ ਭਾਈ ਤੁਸੀਂ ਕਰ ਕੀ ਰਹੇ ਹੋ, ਇਹ ਬੰਨਾਂ ਤੇ ਕੰਮ ਕਿਉਂ ਨਹੀਂ ਸਖਤੀ ਦੇ ਨਾਲ ਕੀਤੇ ਜਾਂਦੇ? ਭਾਇਓ ਚਾਨਣਾ ਜੀ। ਹਾਂਜੀ, ਹਰਿਆਣੇ ਦੇ ਵਿੱਚ ਵੀ ਅੱਜ ਇਸੇ ਕਿਸਮ ਦਾ ਮਾਹੌਲ ਦੇਖਣ ਨੂੰ ਮਿਲਿਆ। ਬੇਸਿਕਲੀ ਹਰਿਆਣੇ 'ਚ ਘੱਗਰ ਦਰਿਆ, ਮਾਰਕੰਡਾ, ਟਾਂਗਰੀ, ਇਹ ਸਾਰੇ ਦਰਿਆ ਫੁੱਲ ਚੱਲ ਰਹੇ ਨੇ। ਜਮਨਾ ਨਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੈ। ਜਿਹੜਾ ਬੱਚੇ ਦੀ ਡੈਥ ਹੋਈ ਹੈ, ਉਹ ਪੰਚਕੂਲੇ ਦੇ ਵਿੱਚ ਹੋਈ ਹੈ। ਉਹ ਪਾਣੀ ਦੇ ਵਿੱਚ ਨਹਾ ਰਿਹਾ ਸੀਗਾ, ਉੱਥੇ ਮਿੱਟੀ ਕੱਟਣ ਕਰਕੇ ਮਿੱਟੀ 'ਚ ਉਹ ਦਬ ਗਿਆ, ਇਸ ਕਰਕੇ ਉਸ ਮੁੰਡੇ ਦੀ ਡੈਥ ਹੋਈ ਹੈ। ਤੇ ਘੱਗਰ ਦਾ ਪਾਣੀ ਸੀਗਾ ਉੱਥੇ, ਇਸ ਕਰਕੇ ਉਸ ਮੁੰਡੇ ਦੀ ਡੈਥ ਹੋਈ ਹੈ। ਹਿਸਾਰ ਦੇ ਵਿੱਚ, ਫਤਿਆਬਾਦ ਦੇ ਵਿੱਚ, ਸਰਸਾ ਦੇ ਵਿੱਚ ਕਈ ਪਿੰਡਾਂ 'ਚ ਪਾਣੀ ਵੜ ਰਿਹਾ ਗਾ। ਜਿਹੜੇ ਤਟਬੰਧ ਹੈਗੇ ਆ, ਜਿਹਨੂੰ ਤੁਸੀਂ ਬੰਨ ਕਹਿੰਦੇ ਆ, ਉਹ ਜੀ ਮਜ਼ਬੂਤ ਨਹੀਂ ਹੈਗੇ ਆ। ਉਹ ਟੁੱਟਣ ਕਰਕੇ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਹ ਹੜ੍ਹਾਂ ਦੇ ਸ਼ਿਕਾਰ ਹੋ ਰਹੇ ਨੇ। ਤੇ ਉਹਦੇ ਉਲਟ ਕਿਸਾਨ ਆਗੂ ਪਹੁੰਚੇ ਵੀ ਸੀਗੇ, ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਲੋਕ ਜਿਹੜੇ ਆਵਾਜ਼ ਉਠਾ ਰਹੇ ਨੇ ਹਰਿਆਣੇ 'ਚ, ਉਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਦੇਖ ਹੀ ਰਹੇ ਹਾਂ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ। ਹਰਿਆਣੇ 'ਚ ਦੇਖੋ, ਇੱਕ ਕੁਰੂਕਸ਼ੇਤਰ 'ਚ ਇੱਕ ਮੁੰਡਾ ਸੀਗਾ, ਉਹਨੂੰ ਕਿਉਂਕਿ ਪਾਣੀ 'ਚ ਤਾਂ ਜਿਹੜੇ ਸੱਪ ਵਗੈਰਾ ਹੈਗੇ ਉਹ ਸਾਰੇ ਹੁੰਦੇ ਨੇ, ਤੇ ਸੱਪ ਦੇ ਡੰਗ ਕਰਕੇ ਇੱਕ ਮੁੰਡੇ ਦੀ ਮੌਤ ਵੀ ਹੋਈ ਹੈ। ਤਾਂ ਜੀ ਇਸ ਕਰਕੇ ਜਿਹੜੇ ਹੜ੍ਹਾਂ 'ਚ ਪ੍ਰਭਾਵਿਤ ਹਨ, ਹੜ੍ਹਾਂ 'ਚ ਆਪਾਂ ਦੇਖਦੇ ਹਾਂ ਕਿ ਕੀੜਾ
ਕੀੜੇ ਜਾਂ ਫਿਰ ਜ਼ਹਿਰੀਲੇ ਸੱਪ, ਇਹ ਸਾਰਾ ਕੁਝ ਹੀ ਹੁੰਦਾ ਗਾ। ਤੇ ਸੱਪ ਲੜਨ ਕਰਕੇ ਇੱਕ ਮੁੰਡੇ ਦੀ ਡੈਥ ਹੋਈ ਕੁਰੂਕਸ਼ੇਤਰ 'ਚ। ਅਸਾਰ 'ਚ ਇੱਕ ਘਰ ਦੀ ਛੱਤ ਡਿੱਗ ਗਈ ਸੀ ਕਿ ਮੁੰਡਾ ਉਹਨਾਂ ਦਾ ਡਿੱਗ ਗਿਆ। ਪਲਵਲ ਦੇ ਵਿੱਚ ਇੱਕ ਵੱਡੀ ਖਿਡਾਰੀ ਅਤੇ ਦੋ ਉਹਨਾਂ ਦੇ ਦੋਸਤ, 3 ਜਣਿਆਂ ਦੀ ਮੌਤ ਹੋਈ ਹੈ। ਉਹ ਜਮਨਾ ਦੇ ਨਦੀ ਦੇ ਪਾਣੀ 'ਚ ਬਹਿ ਗਏ। ਤਾਂ ਮਤਲਬ ਮੌਤਾਂ ਹਰਿਆਣੇ 'ਚ ਵੀ ਹੋ ਰਹੀਆਂ ਨੇ। ਹਾਲਾਂਕਿ ਹਰਿਆਣਾ ਸਰਕਾਰ ਵੱਲੋਂ ਕੋਈ ਡੇਟਾ ਜਾਰੀ ਨਹੀਂ ਕੀਤਾ ਗਿਆ ਹੈਗਾ। ਕੱਲ ਦਾ ਇੰਤਜ਼ਾਰ ਹੈ ਕਿ ਹਰਿਆਣਾ ਸਰਕਾਰ ਵੀ ਕੋਈ ਡੇਟਾ ਜਾਰੀ ਕਰੇ। ਪਰ ਕਈ ਥਾਵਾਂ ਤੇ ਅੱਜ ਮੈਂ ਜਿਵੇਂ ਹਰਿਆਣੇ ਦੀ ਖਬਰਾਂ ਦੇਖ ਰਿਹਾ ਸੀ, ਉੱਥੋਂ ਮੈਂ ਖਬਰਾਂ ਗੱਲਾਂ ਚੱਕੀਆਂ ਨੇ। ਜਿਵੇਂ ਪੰਚਕੂਲੇ 'ਚ ਮੁੰਡੇ ਦੀ ਮੌਤ ਹੈ, ਕੁਰੂਕਸ਼ੇਤਰ 'ਚ ਸੱਪ ਦੇ ਡੰਗ ਕਰਕੇ, ਸੱਪ ਵੱਢਣ ਕਰਕੇ ਇੱਕ ਮੁੰਡੇ ਦੀ ਮੌਤ ਹੈ। ਹਿਸਾਰ 'ਚ ਮਕਾਨ ਗਿਰਨ ਕਰਕੇ ਇੱਕ ਬੱਚੇ ਦੀ ਮੌਤ ਹੈ। 3 ਜਾਣੇ ਪਲਵਲ 'ਚ ਜਮਨਾ ਦੇ ਪਾਣੀ 'ਚ ਵਹਿ ਗਏ ਹੈਗੇ ਆ। ਤੇ ਇਸ ਕਿਸਮ ਦੀਆਂ ਖਬਰਾਂ ਹੈਗੀਆਂ। ਹਾਲਾਂਕਿ ਸਰਕਾਰ ਵੱਲੋਂ ਕੋਈ ਡੇਟਾ ਰਿਲੀਜ਼ ਨਹੀਂ ਕੀਤਾ ਗਿਆ ਹੈਗਾ। ਤੇ ਹਰਿਆਣੇ 'ਚ ਮਤਲਬ ਕਈ ਥਾਵਾਂ ਤੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈਗਾ। ਜੀ, ਸੋ ਜੇਕਰ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਉਧਰ ਕੱਲ ਪੰਜਾਬ ਦੇ ਦੌਰੇ ਤੇ ਵੀ ਹੋਣਗੇ ਦੇਸ਼ ਦੇ ਪੀਐਮ ਨਰਿੰਦਰ ਮੋਦੀ। ਹੁਣੀ ਕਹਿੰਦੇ ਵੀ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਦੌਰਾ ਕਰਨਾ ਹੈ ਤੇ ਹਵਾਈ ਨਿਰੀਖਣ ਕੀਤਾ ਜਾਊਗਾ। ਤੇ ਉਧਰ ਜੇਕਰ ਹਿਮਾਚਲ ਦੇ ਸੀਐਮ ਦੀ ਗੱਲ ਕਰੀਏ, ਕਹਿੰਦੇ ਮੈਂ ਵੀ ਕੱਲ ਨੂੰ ਚੰਗੇ ਮਜ਼ਬੂਤੀ ਦੇ ਨਾਲ ਆਪਣਾ ਕੇਸ ਰੱਖੂੰਗਾ, ਮੈਂ ਦੱਸੂੰਗਾ ਕਿ ਸਾਡੇ ਕਿੰਨਾ ਕੁ ਨੁਕਸਾਨ ਹੋਇਆ। ਪਰ ਉਹ ਮੈਨੂੰ ਜਾਪਦਾ ਹੈ ਨਿੱਜੀ ਤੌਰ ਦੇ ਉੱਪਰ ਕਿ ਪੰਜਾਬ ਵਾਲੇ ਸੀਐਮ ਸਾਹਿਬ ਦੇ ਨਾਲ ਉਹ ਜ਼ਿਆਦਾ ਸੁਹਿਰਦਤਾ ਦੇ ਨਾਲ ਇਸ ਸਾਰੇ ਤੇ ਕੰਮ ਕਰ ਰਹੇ ਨੇ। ਆਪਾਂ ਕੋਈ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਜ਼ਿਆਦਾ ਕ੍ਰੈਡਿਟ ਨਹੀਂ ਦਿੰਦੇ, ਉਹਨਾਂ ਦਾ ਫਰਜ਼ ਬਣਦਾ ਵੈਸੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨਾ, ਫੜਦਾ ਸਾਡੇ ਵਾਲੇ ਬੰਨੇ ਵੀ ਹੈ। ਪਰ ਸਾਡੇ ਵਾਲੇ ਐਂ ਜਾਪਦਾ ਕਿ ਉਹਨੇ ਮਜ਼ਬੂਤੀ ਦੇ ਨਾਲ ਆਪਣਾ ਕੇਸ ਕੱਲ ਨੂੰ ਰੱਖ ਪਾਉਣਗੇ ਜਾਂ ਨਹੀਂ ਰੱਖ ਪਾਉਣਗੇ, ਸਮਾਂ ਬਿਆਨ ਕਰੂਗਾ। ਉਧਰ ਸ਼ਿਵਰਾਜ ਸਿੰਘ ਚੌਹਾਨ ਹੁਣੀ ਜਦੋਂ ਪੰਜਾਬ 'ਚ ਆਏ, ਉਹਨਾਂ ਨੂੰ ਤਾਂ ਇਸ ਤਰੀਕੇ ਦੇ ਨਾਲ ਕਹਿ ਲਈਏ ਵੀ ਉਹ ਸਮਾਂ ਕੈਪਚਰ ਕਰ ਲੈਂਦੇ ਨੇ, ਆਲੇ ਦੁਆਲੇ ਇੱਕ ਬਬਲ ਬਣਾ ਲੈਂਦੇ ਨੇ ਇਹੋ ਜਿਹਾ ਵੀ ਉਹ ਗੱਲਬਾਤ ਬਣ ਨਹੀਂ ਪਾਉਂਦੀ। ਹੁਣ ਕੱਲ ਨੂੰ ਦੇਖਦੇ ਆ ਕਿ ਕੀ ਸਥਿਤੀ ਬਣਦੀ ਹੈ। ਹਿਮਾਚਲ ਵਾਲੇ ਸੀਐਮ ਸਾਹਿਬ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਜਿਹੜੇ ਲੈਂਡਲੈਸ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੀ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਉਹਦੇ ਵਿੱਚੋਂ ਹਿੱਸਾ ਦਿੱਤਾ ਜਾਵੇ। ਉਹ ਆਪਣੀ ਕੇਸ ਨੂੰ ਬਹੁਤ ਚੰਗੇ ਤਰੀਕੇ ਨਾਲ ਰੱਖ ਰਹੇ ਨੇ। ਪਰ ਕੱਲ ਨੂੰ ਸੀਐਮ ਹੋਣੀ ਆਪਣੇ ਕੇਸ ਜਦੋਂ ਰੱਖਣਗੇ, ਪੀਐਮ ਹੋਣੀ ਆਉਣਗੇ ਤਾਂ ਕਿਹੋ ਜਿਹੀ ਸਥਿਤੀ ਬਣੂਗੀ, ਪਾਇਓ ਚਾਨਣਾ। ਦੇਖੋ ਪਹਿਲਾਂ ਆਪਾਂ ਕੁਝ ਫੈਕਟਸ ਤੇ ਗੱਲ ਕਰ ਲਈਏ ਹਿਮਾਚਲ ਅਤੇ ਪੰਜਾਬ ਦੇ। ਦੇਖੋ ਹਿਮਾਚਲ ਪ੍ਰਦੇਸ਼ 'ਚ ਜਿਹੜਾ ਇਸ ਮਾਨਸੂਨ ਸੀਜ਼ਨ ਆਪਾਂ ਲਾ ਲਈਏ, ਜੁਲਾਈ ਤੋਂ ਲੈ ਕੇ ਲਗਾਤਾਰ ਉੱਥੇ ਮੌਤ ਦੀਆਂ ਖਬਰਾਂ ਤੇ ਸਾਰਾ ਕੁਝ ਹੋ ਚੁੱਕਿਆ ਸੀਗਾ। ਇਸ ਮਾਨਸੂਨ ਸੀਜ਼ਨ ਦੌਰਾਨ ਹਿਮਾਚਲ ਪ੍ਰਦੇਸ਼ 'ਚ ਤਕਰੀਬਨ 400 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 4 ਲੱਖ ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹਦਾ ਆਕਲਨ ਕੀਤਾ ਗਿਆ ਹੈਗਾ ਕਿ ਇੰਨਾ ਨੁਕਸਾਨ ਹੋਇਆਗਾ। ਸ਼ਿਮਲਾ 'ਚ 116%, ਕੁੱਲੂ 'ਚ 113% ਵੱਧ ਮੀਂਹ ਪਿਆਗਾ। ਇਸ ਕਰਕੇ ਇਹ ਕਿਤੇ ਨਾ ਕਿਤੇ ਚੀਜ਼ਾਂ ਇਹ ਨਾਰਮਲ ਤੋਂ ਦੁੱਗਣੇ ਮੀਂਹ ਪਿਆਗਾ, ਤਾਂ ਇਸ ਕਰਕੇ ਇੰਨਾ ਨੁਕਸਾਨ ਹੋਇਆਗਾ। ਪੰਜਾਬ 'ਚ ਵੀ ਦੇਖੋ 23 ਦੇ 23 ਜਿਹੜੇ ਜ਼ਿਲ੍ਹੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਹਨ। ਪਰ ਮਤਲਬ ਉੱਤਰਾਖੰਡ 'ਚ ਵੀ ਜਿਵੇਂ ਬੱਦਲ ਫਟਣ ਕਰਕੇ ਚੀਜ਼ਾਂ ਗੜਬੜਾਈਆਂ ਨੇ। ਤੁਸੀਂ ਜਿਵੇਂ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ, ਨਰਿੰਦਰ ਮੋਦੀ ਸਾਹਮਣੇ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਮੁੱਖ ਮੰਤਰੀ, ਉਹ ਆਪਣਾ ਸਟਰੋਂਗ ਕੇਸ ਬਣਾ ਕੇ ਰੱਖਣਗੇ। ਸਪੈਸ਼ਲ ਰਿਲੀਫ ਪੈਕੇਜ ਦੀ ਮੰਗ ਵੀ ਕਰਨਗੇ ਤੇ ਪੂਰਾ ਪ੍ਰੈਜੈਂਟੇਸ਼ਨ ਉਹਨਾਂ ਨੇ ਬਣਾਈ ਹੋਈ ਹੈ ਕਿ ਉਹ ਪ੍ਰੈਜੈਂਟੇਸ਼ਨ ਰੱਖਣਗੇ ਕਿ ਸਾਡਾ ਇੰਨਾ ਨੁਕਸਾਨ ਹੋਇਆ, ਇਸ ਕਿਸਮ ਨਾਲ ਹੋਇਆਗਾ। ਤੇ ਧਰਮਸ਼ਾਲਾ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਇਹ ਪ੍ਰੈਜੈਂਟੇਸ਼ਨ ਦਿਖਾਈ ਜਾਊਗੀ, ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਜਾਊਗੀ। ਤੇ ਦੱਸਿਆ ਜਾ ਰਿਹਾ ਹੈਗਾ ਕਿ ਸੁਖਵਿੰਦਰ ਸੁੱਖੂ ਵੀ ਲਗਾਤਾਰ ਇਸ ਮਾਮਲੇ ਤੇ ਮਤਲਬ ਹਵਾਈ ਨਿਰੀਖਣ ਕਰ ਚੁੱਕੇ ਨੇ ਤੇ ਹਵਾਈ ਨਿਰੀਖਣ ਹੀ ਕਿਤੇ ਨਾ ਕਿਤੇ ਜਿਹੜੇ ਨਰਿੰਦਰ ਮੋਦੀ ਕਰਨਗੇ। ਇਹਦੇ 'ਚ ਇਹੀ ਗੱਲ ਹੈ ਕਿ ਜਿਵੇਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਰਹੇ ਸੀ, ਹਿਮਾਚਲ ਪ੍ਰਦੇਸ਼ ਵਾਲੇ ਨਾਲ ਉਹਨੂੰ ਕੰਪੇਅਰ ਕਰ ਰਹੇ ਸੀ। ਪੰਜਾਬ ਦਾ ਮੁੱਖ ਮੰਤਰੀ ਤਾਂ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ 'ਚ ਬਹਿ ਗਿਆ। ਉਹ ਬੰਦਾ ਲੋਕਾਂ 'ਚ ਫਿਰ ਕੇ ਪ੍ਰੈਜੈਂਟੇਸ਼ਨ ਤਿਆਰ ਕਰ ਰਿਹਾ ਹੈਗਾ, ਆਪਣਾ ਕੇਸ ਨੂੰ ਸਟਰੋਂਗ ਬਣਾ ਰਿਹਾ ਹੈਗਾ, ਆਪਣੇ ਵਾਲਾ ਗਾਇਬ ਹੈ। ਤਾਂ ਇਹ ਮੈਨੂੰ ਗੱਲ ਲੱਗਦੀ ਹੈ। ਤੇ ਦੂਜਾ ਦੇਖੋ ਨੁਕਸਾਨ ਬਹੁਤ ਜ਼ਿਆਦਾ ਹੈ, ਤਕਰੀਬਨ 850 ਸੜਕਾਂ ਬੰਦ ਨੇ ਹਿਮਾਚਲ ਪ੍ਰਦੇਸ਼ 'ਚ। ਪੰਜਾਬ ਨੋ ਡਾਊਟ ਪੰਜਾਬ 'ਚ ਆਪਾਂ ਨੂੰ ਜਿੰਨੀ ਵਿਜ਼ੂਅਲ ਰਿਪਰੈਜ਼ੈਂਟੇਸ਼ਨ, ਜਿੰਨਾ ਸੋਸ਼ਲ ਮੀਡੀਆ ਤੇ ਚੀਜ਼ਾਂ ਆ ਗਈਆਂ, ਹਿਮਾਚਲ ਬਾਰੇ ਤਾਂ ਕੱਖ ਵੀ ਨਹੀਂ ਆਇਆ ਬਾਈ। ਹਿਮਾਚਲ ਪ੍ਰਦੇਸ਼ 'ਚ ਬਹੁਤ ਜ਼ਿਆਦਾ ਨੁਕਸਾਨ ਹੈ। ਤਾਂ ਇਹ ਕੋ ਮੈਨੂੰ ਲੱਗਦਾ ਦੇਖਦੇ ਹਾਂ ਦਿੱਲੀ ਦੇ ਵਿੱਚ ਵੀ ਮੀਟਿੰਗ ਹੋਣੀ ਹੈ, ਜਿਹੜੇ ਵਿੱਤ ਆਯੋਗ ਦੇ ਚੇਅਰਮੈਨ ਨੇ ਡਾਕਟਰ ਅਰਵਿੰਦ ਪਨਗੜੀਆ, ਉਹਨਾਂ ਨਾਲ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਮੁਲਾਕਾਤ ਹੋਣੀ। ਉਹਦੇ 'ਚ ਵੀ ਦੇਖਾਂਗੇ ਕਿ ਕੀ ਉਹ ਸਿਫਾਰਸ਼ਾਂ ਕਰਨਗੇ। ਤੇ ਪਰ ਇਹ ਜ਼ਰੂਰ ਤੁਸੀਂ ਸਹੀ ਕਿਹਾ ਕਿ ਆਪਣੇ ਵਾਲੇ ਮੁੱਖ ਮੰਤਰੀ ਤੋਂ ਜ਼ਿਆਦਾ ਵਧੀਆ ਜਿਹੜੀ ਹੜ੍ਹਾਂ ਤੇ ਜਾਂ ਫਿਰ ਇਸ ਨੈਚੁਰਲ ਡਿਜ਼ਾਸਟਰਾਂ ਤੇ ਹਿਮਾਚਲ ਦੇ ਸੀਐਮ ਕੰਮ ਕਰ ਰਹੇ ਨੇ।
ਕਾਂਗੜਾ ਦੇ ਵਿੱਚ ਕੱਲ ਅਤੇ ਧਰਮਸ਼ਾਲਾ ਦੇ ਵਿੱਚ ਜਿਹੜੇ ਹੈਗੇ ਆ ਉਹ ਨਰਿੰਦਰ ਮੋਦੀ ਰਹਿਣਗੇ, ਉਸ ਤੋਂ ਬਾਅਦ ਹੀ ਪੰਜਾਬ ਆਣਗੇ। ਦੇਖਦੇ ਆ ਜੀ ਕਿ ਮਤਲਬ ਕਿਵੇਂ ਚੀਜ਼ਾਂ ਅੱਗੇ ਵਧਦੀਆਂ ਨੇ, ਕੱਲ ਦਾ ਇੰਤਜ਼ਾਰ ਹੈ ਸਾਰਿਆਂ ਨੂੰ। ਜੀ, ਉਧਰ ਜਿੱਥੇ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਬਹੁਤ ਵੱਡੇ ਪੱਧਰ ਤੇ, ਜਿਹੜੀ ਤਕਰੀਬਨ ਹੁਣ ਤੋੜ ਦਿੱਤਾ ਗਿਆ ਹੈ ਉਹ ਵਾਲਾ ਸਲੋਗਨ ਜਿਹੜਾ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਪੰਜਾਬ ਨਾਲ ਸਿਰਫ ਪੰਜਾਬ ਖੜਿਆ, ਹੋਰ ਕੋਈ ਸਟੇਟ ਅੱਗੇ ਨਹੀਂ ਆਈ। ਤੁਸੀਂ ਵੀ ਲਗਾਤਾਰ ਰਿਪੋਰਟਿੰਗ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਮੇਵਾਤ ਦੇ ਇਲਾਕੇ ਤੋਂ ਵੱਡੇ ਪੱਧਰ ਤੇ ਲੋਕ ਸੇਵਾ ਲੈ ਕੇ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ, ਹੜ੍ਹ ਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ। ਹੁਣ ਯੂਪੀ ਤੱਕ ਤੋਂ ਖਬਰਾਂ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ 'ਚ ਲੋਕ ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਵੱਲ ਆ ਰਹੇ ਨੇ। ਉਧਰ ਸਲਮਾਨ ਖਾਨ ਦੀ ਵੀ ਜੇਕਰ ਗੱਲ ਕਰੀਏ, ਉਹਨਾਂ ਨੇ ਆਪਣੇ ਖਾਸ ਤੌਰ ਤੇ ਸ਼ੋਅ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਤੇ ਹੋਰ ਕੀ ਆਖ ਰਹੇ ਨੇ, ਕਿਉਂਕਿ ਜਦੋਂ ਇਦਾਂ ਦਾ ਵੱਧ ਇਨਫਲੂਐਂਸ ਵਾਲਾ ਬੰਦਾ ਗੱਲ ਕਰਦਾ ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਕੀ ਕਹਿ ਰਿਹਾ ਸਲਮਾਨ ਖਾਨ ਖਾਸ ਤੌਰ ਤੇ ਪੰਜਾਬ 'ਚ ਆਏ ਹੋਏ ਹੜ੍ਹਾਂ ਨੂੰ ਲੈ ਕੇ? ਦੇਖੋ, ਨੋ ਡਾਊਟ ਕਿ ਆਪਾਂ ਨੂੰ ਪਤਾ ਹੈ ਕਿ ਹਰ ਥਾਵਾਂ ਤੇ ਜਿਹੜੀ ਮਦਦ ਹੈ ਉਹ ਆ ਰਹੀ ਹੈ। ਹਰਿਆਣੇ ਤੋਂ, ਮੇਵਾਤ ਤੋਂ ਮੁਸਲਮਾਨ ਭਾਈਚਾਰੇ ਨੇ, ਉੱਤਰ ਪ੍ਰਦੇਸ਼ ਤੋਂ, ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ, ਇਹਨਾਂ ਜ਼ਿਲ੍ਹਿਆਂ ਤੋਂ ਬਹੁਤ ਮਦਦ ਪਹੁੰਚੀ ਹੈ। ਪੰਜਾਬ ਦੇ ਪੰਜਾਬੀਆਂ ਨੇ, NRI ਭਰਾਵਾਂ ਨੇ, ਬਹੁਤਾਂ ਨੇ ਮਦਦ ਕੀਤੀ ਹੈ, ਇਹ ਗੱਲ ਠੀਕ ਹੈ। ਹੁਣ ਜਿਹੜੇ ਪੰਜਾਬ ਦੇ ਸਿੰਗਰ ਹੈਗੇ ਆ ਉਹ ਵੀ ਵੱਡੇ ਲੈਵਲ ਤੇ ਲੱਗੇ ਹੋਏ ਨੇ ਮਦਦ ਕਰਨ ਵਾਸਤੇ, ਤੇ ਬਾਲੀਵੁੱਡ ਦੇ ਸਟਾਰ ਵੀ ਸੋਨੂੰ ਸੂਦ ਹੋ ਗਿਆ ਐਕਟਰ, ਜਾਂ ਫਿਰ ਸਲਮਾਨ ਖਾਨ ਨੇ ਵੀ ਕਿਹਾ ਕਿ ਅਸੀਂ ਵੀ ਪੰਜਾਬ ਨਾਲ ਖੜਾਂਗੇ। ਜਿੱਥੇ ਕਿਤੇ ਵੀ ਕੋਈ ਆਪਦਾ ਆਉਂਦੀ ਹੈ, ਕੋਈ ਕਿਤੇ ਕੁਝ ਹੁੰਦਾ ਗਾ, ਉੱਥੇ ਸੈਂਕੜਾ ਸਾਲਾਂ ਤੋਂ ਇਹ ਜਿਹੜੀ ਕੌਮ ਹੈ ਉਹ ਪਹੁੰਚਦੀ ਹੈਗੀ ਆ, ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੀ ਤੇ ਕਿਸੇ ਨੂੰ ਨਿਰਾਸ਼ ਨਹੀਂ ਕਰਦੀ, ਸਾਰਿਆਂ ਦੀ ਮਦਦ ਕਰਦੀ ਹੈ। ਤੇ ਸਾਨੂੰ ਵੀ ਇਸ ਟਾਈਮ ਇਹਨਾਂ ਨਾਲ ਖੜੇ ਹੋਣ ਦੀ ਲੋੜ ਹੈ, ਇਹ ਗੱਲ ਸਲਮਾਨ ਖਾਨ ਵੱਲੋਂ ਕਹੀ ਗਈ ਹੈ। ਦੇਖੋ, ਗੱਲ ਕੀ ਹੈ, ਗੱਲ ਇਹ ਹੈ ਕਿ ਫੋਮੋ ਕ੍ਰੀਏਟ ਕਰ ਦਿੱਤਾ ਹੈ ਸੋਸ਼ਲ ਮੀਡੀਆ ਨੇ। ਫੋਮੋ ਹੁੰਦਾ ਫੀਅਰ ਆਫ ਮਿਸਿੰਗ ਆਊਟ, ਕਿ ਕਦੇ ਅਸੀਂ ਮਦਦ ਕਰਨ ਵਾਸਤੇ ਪਿੱਛੇ ਨਾ ਰਹਿ ਜਾਈਏ। ਜਿਹੜੀ ਵਿਜ਼ੂਅਲ ਰਿਪਰੈਜ਼ੈਂਟੇਸ਼ਨ ਹੈ ਸੋਸ਼ਲ ਮੀਡੀਆ ਤੇ ਉਹ ਬਹੁਤ ਅੱਡ ਕਿਸਮ ਦੀ ਹੈਗੀ ਆ। ਮੈਂ ਮਤਲਬ ਸੋਸ਼ਲ ਮੀਡੀਆ ਤੇ ਅੱਡ ਤੋਂ ਮੈਂ ਕੰਮ ਕਰ ਰਿਹਾ ਹਾਂ ਕਿ ਫਨੋਮਨਾ ਕੀ ਹੈ। ਮਤਲਬ ਜੀ ਆਪਾਂ ਕਹਿ ਲਈਏ ਕਿ ਬਹੁਤ ਪੈਨਿਕ ਕਿਸਮ ਦੀਆਂ ਇਨਫੋਰਮੇਸ਼ਨਾਂ ਤੇ ਚੀਜ਼ਾਂ ਫੈਲਾਈਆਂ ਗਈਆਂ ਹਨ ਲੋਕਾਂ ਨੂੰ। ਜਿਵੇਂ ਪੰਜਾਬ ਤੋਂ ਬਾਹਰ ਜਦੋਂ ਮੈਂ ਗੱਲ ਕਰਦਾ ਹਾਂ ਕਿ ਕਈ ਲੋਕ, ਅੱਜ ਮੈਨੂੰ ਪਤਾ ਲੱਗਿਆ ਕਿ ਰਾਜਸਥਾਨ ਦੇ ਕੋਟਾ ਤੋਂ ਉਹ ਤਕਰੀਬਨ 1200 ਕਿਲੋਮੀਟਰ ਦਾ ਸਫ਼ਰ ਹੈ, ਸਫ਼ਰ ਤੈਅ ਕਰਕੇ ਉਹ ਪੰਜਾਬ 'ਚ ਲੰਗਰ ਉਹ ਸਮਾਨ ਲੈ ਕੇ ਜਾ ਰਹੇ ਸੀ। ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਬਾਈ ਤੁਸੀਂ, ਤੁਹਾਡੀ ਕੀ ਡਰਾਈਵ ਹੈ? ਉਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਲੱਗ ਰਿਹਾ ਕਿ ਪੰਜਾਬ 'ਚ ਕੁਝ ਬਚਿਆ ਹੀ ਨਹੀਂ, ਹੜ੍ਹ ਆਏ ਹੋਏ ਨੇ, ਬਹੁਤ ਬੁਰਾ ਹਾਲ ਹੈ। ਫਿਰ ਮੈਂ ਉਸ ਤੋਂ ਅੱਗੇ ਉਹਨਾਂ ਨੂੰ ਕੁਝ ਨਹੀਂ ਕਿਹਾ, ਮੈਂ ਠੀਕ ਹੈ ਬਾਈ ਜੀ ਤੁਸੀਂ ਜਾਓ ਸੇਵਾ ਵਾਸਤੇ। ਫਿਰ ਉਸ ਤੋਂ ਅਗਲੇ ਦਿਨ ਉਹਨਾਂ ਨਾਲ ਮੇਰੀ ਗੱਲ ਵੀ ਹੋਈ, ਮਤਲਬ ਜਿਵੇਂ ਅੱਜ ਸਵੇਰੇ ਗੱਲ ਹੋਈ ਸੀ ਤੇ ਸ਼ਾਮ ਨੂੰ ਫਿਰ ਦੁਬਾਰੇ ਗੱਲ ਹੋਈ ਤੇ ਜੀ ਤਕਰੀਬਨ 12 ਘੰਟਿਆਂ ਬਾਅਦ ਮੇਰੀ ਗੱਲ ਹੋਈ ਤੇ ਉਹ ਲਗਭਗ ਪੰਜਾਬ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇਖ ਚੁੱਕੇ ਸੀਗੇ। ਉਹਨਾਂ ਨੇ ਕਿਹਾ ਕਿ ਬਈ ਮਤਲਬ ਨੁਕਸਾਨ ਹੈਗਾ ਪਰ ਇਲਾਕਿਆਂ 'ਚ ਹੈਗਾ, ਪੂਰੇ ਪੰਜਾਬ ਨੂੰ ਇਹ ਪੋਰਟਰੇ ਕਰਨਾ ਪੂਰਾ ਪੰਜਾਬ ਡੁੱਬ ਗਿਆ ਹੈਗਾ, ਇਹ ਥੋੜਾ ਜ਼ਿਆਦਾ ਜੀ ਉਹਨਾਂ ਵੱਲੋਂ ਵੀ ਕਹੀ ਗਈ। ਦੇਖੋ, ਬਲੋਕਸ ਨੇ, ਤੁਸੀਂ ਵੀ ਸ਼ੁਰੂ ਦਿਨ ਤੋਂ ਕਵਰ ਕਰ ਰਹੇ ਹੋ, ਜਿਵੇਂ ਜਲੰਧਰ, ਕਪੂਰਥਲਾ ਏਰੀਆ 'ਚ ਸੁਲਤਾਨਪੁਰ ਲੋਧੀ ਵਾਲਾ ਬਲੋਕ ਹੈ, ਅੰਮ੍ਰਿਤਸਰ ਦੇ ਵਿੱਚ ਜਿਵੇਂ ਅਜਨਾਲੇ ਵਾਲਾ ਬਲੋਕ ਹੈ, ਰਮਦਾਸ ਵਾਲਾ ਇਲਾਕਾ ਗਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ 'ਚ ਵੀ ਇੱਕ ਇਲਾਕਾ ਗਾ, ਰਾਵੀ, ਖਾਸ ਕਰ ਰਾਵੀ ਵਾਲੇ ਇਲਾਕੇ, ਬਿਆਸ ਵਾਲੇ ਇਲਾਕੇ ਨੇ, ਰੋਪੜ 'ਚ ਵੀ ਸਤਲੁਜ ਦੇ ਕੰਢੇ ਵਾਲਾ ਇਲਾਕਾ ਗਾ, ਹਰੀਕੇ ਜੀ ਪੱਤਣ ਵਾਲਾ ਤੋਂ ਲੈ ਕੇ ਫਾਜ਼ਿਲਕਾ, ਫਿਰੋਜ਼ਪੁਰ ਤੱਕ ਜਿਹੜਾ ਉਹ ਇਲਾਕਾ ਬਣਦਾ ਗਾ, ਉਹ ਪਤਲੀ ਪੱਟੀ ਬਣਦੀ ਗੀ ਸਤਲੁਜ ਦੇ ਨਾਲ ਨਾਲ, ਉਹ ਇਲਾਕੇ ਨੇ, ਜੀ ਜੀ ਉਹ ਹੜ੍ਹਾਂ ਦੀ ਮਾਰ 'ਚ ਹੈਗੇ ਆ। ਕਈ ਪਿੰਡਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੈ, ਹਜੇ ਤੱਕ ਉਹ ਪਿੰਡ ਟਾਪੂ ਬਣੇ ਹੋਏ ਨੇ, ਸੰਪਰਕ ਟੁੱਟਿਆ ਹੋਇਆ ਗਾ। ਪਰ ਮਤਲਬ ਇਹ ਥੋੜਾ ਜ਼ਿਆਦਾ ਹੋ ਜਾਂਦਾ ਗਾ ਕਿ ਜਦੋਂ ਤੁਸੀਂ ਪੈਨਿਕ ਕ੍ਰੀਏਟ ਕਰਨ ਵਾਸਤੇ ਕਹਿੰਦੇ ਹੋ ਪੰਜਾਬ ਡੁੱਬ ਗਿਆ, ਪੰਜਾਬ ਲੁੱਟਿਆ ਗਿਆ, ਪੰਜਾਬ ਮਾਰਿਆ ਗਿਆ, ਇਹ ਜਿਹੜੀ ਸ਼ਬਦਾਵਲੀ ਮੈਨੂੰ ਥੋੜੀ ਜਿਹੀ ਹਲਕੇ ਪੱਧਰ ਦੀ ਲੱਗਦੀ। ਮੈਨੂੰ ਲੱਗਦਾ ਹੈਗਾ ਕਿ ਆਪਾਂ ਨੂੰ ਫੈਕਚੁਅਲੀ ਚੀਜ਼ਾਂ ਨੂੰ ਠੀਕ ਢੰਗ ਨਾਲ ਰੱਖਣਾ ਚਾਹੀਦਾ ਤਾਂ ਕਿ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਅੰਦਰ ਵੀ ਕੋਈ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਨਾ ਹੋਵੇ। ਤਾਂ ਜੀ ਇਹ ਮੈਨੂੰ ਗੱਲ ਲੱਗੀ ਤੇ ਫੀਅਰ ਆਫ ਮਿਸਿੰਗ ਆਊਟ, ਫੋਮੋ ਕ੍ਰੀਏਟ ਹੋਇਆਗਾ, ਇਸ ਕਰਕੇ ਬਾਲੀਵੁੱਡ ਕੀ ਸਾਰੇ ਕਿਸੇ ਨੂੰ ਆਉਣਾ ਪਊਗਾ। ਦੂਜੇ ਜੀ ਮੁਲਕਾਂ ਜੀ ਤੋਂ ਵੀ ਲੋਕ ਉਹ ਭੇਜਣਗੇ, ਅੱਡ ਖਿਡਾਰੀ, ਜਿਵੇਂ ਹਾਕੀ ਦੀ ਟੀਮ ਅੱਜ ਆਈ ਹੈ, ਕਈ ਕ੍ਰਿਕਟਰਾਂ ਨੇ ਵੀ ਕਿਹਾ ਹੈ, ਸਟੇਟਮੈਂਟਾਂ ਦਿੱਤੀਆਂ ਨੇ, ਤੇ ਸਾਰੇ ਸਿੰਗਰ ਪੰਜਾਬ ਦੇ ਲੱਗੇ ਹੋਏ ਨੇ। ਮਤਲਬ ਸਾਰਿਆਂ ਨੂੰ ਇੱਕ ਮਜਬੂਰੀ ਬਣ ਗਈ, ਜਿਸ ਹਿਸਾਬ ਨਾਲ ਜਿਹੜੀ ਵਿਜ਼ੂਅਲਸ ਨੂੰ, ਜਿਸ ਹਿਸਾਬ ਨਾਲ ਚੀਜ਼ਾਂ ਨੂੰ ਰਿਪਰੈਜ਼ੈਂਟ ਕੀਤਾ ਗਿਆ, ਉਹ ਮੈਨੂੰ ਲੱਗਦਾ ਹੈ ਚਲੋ ਵਧੀਆ ਗੱਲ ਹੈ, ਆਪਾਂ ਨੂੰ ਇਕਜੁੱਟਤਾ ਦਿਖਾਣੀ ਚਾਹੀਦੀ ਹੈ ਆਪਦਾ 'ਚ, ਕਿਉਂਕਿ ਜਿਹੜੀ ਸਰਕਾਰਾਂ ਨੇ ਉਹ ਮਿਸਿੰਗ ਨੇ। ਪਰ ਸਰਕਾਰ, ਆਪਾਂ ਦੇਖ ਰਹੇ ਸੀ ਕਿ ਦਿੱਲੀ ਦੀ ਜਿਹੜੀ ਬੀਜੇਪੀ ਯੂਨਿਟ ਹੈ,
ਮਨਜਿੰਦਰ ਸਿੰਘ ਸਰਸਾ ਔਰ ਇਹ ਸਾਰੇ ਪ੍ਰਵੇਸ਼ ਵਰਮਾ ਵਗੈਰਾ, ਉਹਨਾਂ ਨੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਟੈਂਡਰ ਭੇਜੇ ਨੇ। ਜਿਹੜੇ ਛੋਟਾ ਮੋਟਾ ਕੰਮ ਕਰਨ ਵਾਲੇ ਵਪਾਰੀ ਨੇ ਉਹ ਵੀ ਭੇਜ ਰਹੇ ਨੇ, ਸੈਲੀਬ੍ਰਿਟੀਜ਼ ਭੇਜ ਰਹੇ ਨੇ, ਸਪੋਰਟਸਮੈਨ ਭੇਜ ਰਹੇ ਨੇ, ਸਾਰਿਆਂ ਨੂੰ ਹੀ ਭੇਜਣਾ ਪੈ ਰਿਹਾ ਹੈਗਾ। ਤੇ ਉਹ ਇਸ ਕਿਸਮ ਦਾ ਜੀ ਫੋਮੋ ਕ੍ਰੀਏਟ ਹੋ ਰਿਹਾ ਹੋ ਗਿਆ। ਆਪਾਂ ਇਹ ਦੇਖ ਰਹੇ ਹਾਂ ਕਿ ਮਤਲਬ ਉਹ ਚੀਜ਼ਾਂ ਬਹੁਤ ਅੱਗੇ ਤੱਕ ਵੱਧ ਗਈਆਂ ਹੈਗੀਆਂ। ਜਿਹੜੇ ਈਵਨ ਜਿਹੜੇ ਪੱਤਰਕਾਰ ਨੇ ਉਹ ਇਹਨਾਂ ਚੀਜ਼ਾਂ 'ਚ ਇਨਵੋਲਵ ਹੋ ਰਹੇ ਨੇ। ਮੈਂ ਦੇਖ ਰਿਹਾ ਸੀਗਾ ਕਿ ਬਹੁਤ ਸਾਰੇ ਰੇਡੀਓ ਸਟੇਸ਼ਨਸ ਵੱਡੀ ਗਿਣਤੀ 'ਚ ਅਮਾਊਂਟ ਇਕੱਠਾ ਕਰਕੇ ਭੇਜ ਰਹੇ ਨੇ। ਸਾਡੇ ਵਰਗੇ ਜਿਹੜੇ ਪੱਤਰਕਾਰ ਨੇ ਉਹ ਵੀ ਸੋਸ਼ਲ ਮੀਡੀਆ ਤੇ ਰਾਹੀਂ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਇੱਕ ਕਮਿਊਨਿਟੀ ਇਕੱਠੀ ਇਕਜੁੱਟ ਦਿਖ ਰਹੀ ਹੈ। ਪਰ ਮੈਂ ਸਿਰਫ ਔਰ ਸਿਰਫ ਮੈਨੂੰ ਜਿਹੜਾ ਚੀਜ਼ ਬੁਰੀ ਲੱਗਦੀ ਹੈਗੀ ਹੈ ਕਿ ਉਹ ਖਾਮ ਖਾਦਾ ਪੈਨਿਕ ਫੈਲਾਉਣਾ, ਉਹ ਮੈਨੂੰ ਥੋੜਾ ਘਟੀਆ ਲੱਗਦਾ ਗਾ ਕਿ ਪੈਨਿਕ ਨਾ ਫੈਲਾਇਆ ਜਾਵੇ। ਆਪਾਂ ਜੀ ਨੂੰ ਰੀਬਿਲਡ ਕਰਨਾਗਾ, ਨੋ ਡਾਊਟ ਜਿਨ੍ਹਾਂ ਦੇ ਨੁਕਸਾਨ ਹੋਇਆਗਾ ਰੀਬਿਲਡ ਕਰਨਾਗਾ, ਪਰ ਉਹ ਵਿਦਆਊਟ ਕਿਸੇ ਪਬਲਿਸਿਟੀ, ਵਿਦਆਊਟ ਕੋਈ ਪੈਨਿਕ ਫੈਲਾਇਆ ਕਰਾਂਗੇ ਤਾਂ ਜ਼ਿਆਦਾ ਬਿਹਤਰ ਰਹੂਗਾ। ਜੀ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਅੱਜ ਪੰਜਾਬ ਦੀ ਆਖਿਰਕਾਰ ਸਰਕਾਰ ਨੇ ਕੈਬਨਿਟ ਮੀਟਿੰਗ ਕਰ ਹੀ ਲਈ। ਆਮ ਨੋਰਮਲ ਦਿਨਾਂ ਦੇ ਵਿੱਚ ਵੀ ਕਹਿੰਦੇ ਵੀ 10 ਕੁ ਦਿਨਾਂ 'ਚ ਇੱਕ ਵਾਰੀ ਸਾਰੇ ਮੰਤਰੀਆਂ ਨੂੰ ਇਕੱਠੇ ਹੋ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਤੁਸੀਂ ਇੱਕ ਸਟੇਟ ਰਨ ਕਰ ਰਹੇ ਹੁੰਦੇ ਹੋ, ਬਹੁਤ ਸਾਰੇ ਫੈਸਲੇ ਲੈਣੇ ਹੁੰਦੇ ਨੇ, ਬਹੁਤ ਸਾਰੀਆਂ ਦਿੱਕਤਾਂ ਆਏ ਦਿਨ ਖੜੀਆਂ ਹੁੰਦੀਆਂ ਨੇ। ਪਰ ਪੰਜਾਬ ਦੇ ਵਿੱਚ 12 ਅਗਸਤ ਤੋਂ ਪਾਣੀ ਦੌੜਾ ਫਿਰ ਰਿਹਾ ਹੈ। ਇਹ ਸੁਲਤਾਨਪੁਰ ਲੋਧੀ 'ਚ 12 ਅਗਸਤ ਨੂੰ ਪਿੰਡਾਂ 'ਚ ਪਾਣੀ ਵੜ ਗਿਆ ਸੀ। ਉਸ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਸੁੱਤੀ ਰਹੀ, ਦੌਰੇ ਕਰਦੇ ਰਹੇ, ਤਸਵੀਰਾਂ ਲਹਾਉਂਦੇ ਰਹੇ, ਪਰ ਫਿਰ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਜਾਂਦੇ ਨੇ ਬੀਤੇ ਦਿਨੀ ਕੈਬਨਿਟ ਮੀਟਿੰਗ ਰੱਖ ਕੇ। ਤੇ ਅੱਜ ਹਸਪਤਾਲ 'ਚੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹਨਾਂ ਨੇ ਹਿੱਸਾ ਲਿਆ। ਕਹਿੰਦੇ ਵੀ ਇਹ ਹੋ ਗਈ ਹੈ ਕੈਬਨਿਟ ਮੀਟਿੰਗ, ਪਰ ਫੈਸਲਿਆਂ ਤੇ ਨਿਗਾਹ ਮਾਰਦੇ ਆ ਹੁਣ। ਚਲੋ ਦੇਰ ਆਏ ਦਰੁਸਤ ਆਏ, ਇਹ ਫੈਸਲੇ ਜਿਹੜੇ ਲੈ ਗਏ ਨੇ ਉਹ ਕੀ ਨੇ, ਕੀ ਗੱਲ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ, ਤੇ ਜਿਹੜੇ ਇਹਨਾਂ ਨੇ ਫੈਸਲੇ ਲਏ ਨੇ ਕੀ ਉਹ ਮਲਮ ਦਾ ਕੰਮ ਕਰਨਗੇ ਜਾਂ ਫਿਰ ਉਹ ਹੋਰ ਜ਼ਖਮ ਛਿੱਲਣ ਵਾਲੇ ਨੇ? ਕੀ ਐਲਾਨ ਕੀਤੇ ਗਏ ਨੇ ਜੀ? ਦੇਖੋ, ਇੱਕ ਤਾਂ ਜਿਹੜਾ ਅੱਜ 2 ਘੰਟੇ ਇਹ ਮੀਟਿੰਗ ਚੱਲੀ ਹੈ ਤੇ ਭਗਵੰਤ ਮਾਨ ਨੇ ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਮੰਤਰੀਆਂ ਨਾਲ ਗੱਲਬਾਤ ਕੀਤੀ। ਉਹਦੇ ਚ ਐਲਾਨ ਕੀਤਾ ਹੈ ਕਿ ਜਿਹੜੇ ਮੌਤਾਂ ਹੋਈਆਂ ਨੇ ਪਰਿਵਾਰਾਂ 'ਚ, ਉਹਨਾਂ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ। ਮੈਨੂੰ ਲੱਗਦਾ ਕਿ ਬਹੁਤ ਘੱਟ ਹੈਗਾ। ਘੱਟੋ ਘੱਟ 50 ਲੱਖ ਰੁਪਏ ਦਿੱਤਾ ਜਾਣਾ ਚਾਹੀਦਾ ਸੀਗਾ। ਚਲੋ 4 ਲੱਖ ਰੁਪਏ ਦਿੱਤਾ ਗਿਆ ਹੈਗਾ, ਇਹ ਤਾਂ 10% ਵੀ ਨਹੀਂ ਹੈ, ਤਾਂ ਆਪਾਂ ਕਹਿ ਸਕਦੇ ਹਾਂ। ਜੀ ਦੂਜੀ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈਗਾ। ਮੈਨੂੰ ਲੱਗਦਾ ਵਾ ਕਿ ਸੈਂਟਰ ਨਾਲ ਗੱਲਬਾਤ ਕਰਕੇ ਇਸ ਮੁਆਵਜ਼ੇ ਦੀ ਰਾਸ਼ੀ ਨੂੰ ਵੀ 50,000 ਰੁਪਏ ਪ੍ਰਤੀ ਏਕੜ ਕਰਨਾ ਚਾਹੀਦਾ, ਕਿਉਂਕਿ ਜਿਹੜੀ ਝੋਨੇ ਦੀ ਫਸਲ ਸੀ ਉਹ ਤਾਂ ਸਾਰੀ ਮਾਰਚ ਆ ਗਈ। ਤੇ ਆਪਾਂ ਨੂੰ ਪਤਾ ਹੈ ਕਿ ਅਗਲੀ ਜਿਹੜੀ ਕਣਕ ਦੀ ਫਸਲ ਬੀਜਣੀ ਆਪਾਂ ਨੂੰ ਪਤਾ ਹੈ ਨਵੰਬਰ 'ਚ ਸ਼ੁਰੂ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਗਾ ਉਹਦਾ ਵੀ ਮੈਨੂੰ ਡਾਊਟ ਹੈ ਕਿ ਕਣਕ ਬੀਜੀ ਜਾਊਗੀ ਜਾਂ ਨਹੀਂ ਬੀਜੀ ਜਾਊਗੀ। ਤਾਂ ਇਸ ਨਹੀਂ ਕਰਕੇ ਬੀਜੀ ਘੱਟੋ ਘੱਟ ਜਾਊਗੀ। 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਉਹਦਾ ਵੀ ਹੋਣਾ ਚਾਹੀਦਾ ਸੀਗਾ। ਇਸ ਕਰਕੇ ਉਹ ਵੀ ਘੱਟ ਹੈਗਾ। ਖੈਰ, ਕੱਲ ਆਪਾਂ ਨੂੰ ਪਤਾ ਲੱਗੂਗਾ ਕਿ ਜਦੋਂ ਨਰਿੰਦਰ ਮੋਦੀ ਇੱਧਰ ਪੰਜਾਬ 'ਚ ਆਊਗਾ ਤੇ ਕਿਸ ਕਿਸਮ ਦਾ ਰਿਪਰੈਜ਼ੈਂਟੇਸ਼ਨ ਪੰਜਾਬ ਦੇ ਮੁੱਖ ਮੰਤਰੀ ਦੇਣਗੇ। ਮੈਨੂੰ ਲੱਗਦਾ ਗਾ ਕਿ ਹਾਲਾਂਕਿ ਬਹੁਤ ਛੋਟਾ ਅਮਾਉਂਟ ਮੰਗਿਆਗਾ। ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਕਿਹਾ ਕਿ ਘੱਟੋ ਘੱਟ 20,000 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਵੇ ਜੀ ਨਰਿੰਦਰ ਮੋਦੀ ਨੂੰ। ਮੈਨੂੰ ਲੱਗਦਾ ਤੁਸੀਂ 1 ਲੱਖ ਕਰੋੜ ਮੰਗਣਾ ਸੀਗਾ, ਜਿੱਡਾ ਤੁਹਾਡਾ ਨੁਕਸਾਨ ਜੀ ਹੈ। 20,000 ਕਰੋੜ ਕੀ ਹੁੰਦਾਗਾ? ਤੇ ਇਹ ਮੈਨੂੰ ਲੱਗਦਾ ਵਾ ਕਿ ਬੜਾ ਅਨਪਲੈਨਡ ਜੇ ਚੱਲ ਰਹੇ ਨੇ। ਇਹਨਾਂ ਕੋਲ ਕੋਈ ਪਲੈਨਿੰਗ ਹੈ ਨਹੀਂ, ਕੋਈ ਬਲੂ ਪੇਪਰ ਵੀ ਨਹੀਂ ਹੈ, ਨਾ ਇਹ ਧਿਆਨ ਦੇ ਨੇ ਚੰਗੇ ਤਰੀਕੇ ਨਾਲ। ਤੇ ਜਿਹੜੀ ਇਹ ਐਲਾਨ ਵੀ ਕਰ ਰਹੇ ਨੇ ਰਾਸ਼ੀਆਂ ਦਾ, ਜਿਹੜੀ ਮੁਆਵਜ਼ੇ ਦੀ ਜਿਹੜੇ ਅਮਾਉਂਟ ਐਲਾਨੇ ਨੇ, ਇਹ ਬਹੁਤ ਘੱਟ ਨੇ। ਇਹ ਲੋਕਾਂ ਦੇ ਮਲਮ ਲਾਉਣ ਜੋਗੇ ਤਾਂ ਨਹੀਂ ਹੈਗੇ, ਕਿਉਂਕਿ ਆਪਾਂ ਨੂੰ ਪਤਾ ਜਿਹੜੇ ਬੇਜ਼ਮੀਨੇ ਨੇ ਉਹਨਾਂ ਦਾ ਤਾਂ ਸਾਰਾ ਰੋਜ਼ਗਾਰ ਉਹਨਾਂ ਦਾ ਪ੍ਰਭਾਵਿਤ ਹੋਇਆ। ਜਿਹੜੇ ਬੇਜ਼ਮੀਨੇ ਮਜ਼ਦੂਰ ਨੇ ਉਹਨਾਂ ਵਾਸਤੇ ਕੀ ਤੁਸੀਂ ਦਵੋਗੇ? ਉਹ ਵੀ ਕੁਝ ਨਹੀਂ। ਤੇ ਮਤਲਬ ਠੀਕ ਹੈ ਕਿ ਜਿਹੜੇ ਮਤਲਬ ਤੁਸੀਂ ਕਿਸਾਨਾਂ ਨੂੰ ਦੇ ਰਹੇ ਨੇ ਵਧੀਆ, ਉਹ ਵੀ ਬਹੁਤ ਘੱਟ ਹੈ। ਤੇ ਜਿਹੜੇ ਕਰਜ਼ ਜਿਹੜੇ ਲੋਕਾਂ ਦੇ ਆਪਾਂ ਨੂੰ ਪਤਾ ਹੈ ਮੱਛੀ ਪਾਲਣ ਸੀਗਾ ਜਾਂ ਫਿਰ ਡੇਅਰੀ ਫਾਰਮ ਸੀਗਾ ਜਾਂ ਫਿਰ ਭੇਡ ਬੱਕਰੀਆਂ ਜਿਨ੍ਹਾਂ ਨੇ ਪਾਲੀਆਂ ਹੋਈਆਂ ਸੀ, ਨੁਕਸਾਨ ਤਾਂ ਉਹਨਾਂ ਦੇ ਵੀ ਹੈ। ਉਹ ਸਕੂਲਾਂ ਦੇ ਵਿੱਚ ਨੁਕਸਾਨ ਹੈ। ਤੇ ਇਸ ਕਰਕੇ ਮੈਨੂੰ ਲੱਗ ਰਿਹਾ ਹੈਗਾ ਕਿ ਨੁਕਸਾਨ ਬਹੁਤ ਜ਼ਿਆਦਾ ਵੱਧ ਹੈ। ਤੇ ਜਿਹੜੀ ਰਾਹਤ ਦੇਣ ਦੀ ਭਗਵੰਤ ਮਾਨ ਗੱਲ ਕਰ ਰਿਹਾ ਹੈਗਾ ਉਹ ਬਹੁਤ ਜ਼ਿਆਦਾ ਘੱਟ ਹੈਗੀ ਆ। ਤੇ ਬਿਨਾਂ ਮੈਨੂੰ ਲੱਗਦਾ ਕਿ ਵੱਡਾ ਪੈਕੇਜ ਮੰਗੇ ਗੱਲ ਬਣਨੀ ਨਹੀਂ। ਕੱਲ ਜੀ ਵਧੀਆ ਤਰੀਕੇ ਨਾਲ ਪੰਜਾਬ ਦਾ ਕੇਸ ਨਰਿੰਦਰ ਮੋਦੀ ਸਾਹਮਣੇ ਰੱਖਿਆ ਜਾਣਾ ਚਾਹੀਦਾ ਤੇ ਨਰਿੰਦਰ ਮੋਦੀ ਨਾਲ ਮਤਲਬ ਵਧੀਆ ਟੱਕਰਾ ਲਿਆ ਜਾਣਾ ਚਾਹੀਦਾ। ਉਹਨੂੰ ਕਨਵਿੰਸ ਕੀਤਾ ਜਾਣਾ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਸਾਨੂੰ 1 ਲੱਖ ਕਰੋੜ ਰੁਪਏ ਦਾ ਪੈਕੇਜ ਦਿਓ।
ਬਾਕੀ ਪਰ ਇੱਕ ਗੱਲ ਪਰ ਇਹ ਵੀ ਹੈ ਇੱਥੇ ਕਿ ਪਰ ਇਹ ਵੀ ਗੱਲ ਹੈ ਨਾ, ਬਬਲ ਟੁੱਟੂਗਾ ਜਾਂ ਨਹੀਂ। ਮੈਂ ਸ਼ਿਵਰਾਜ ਸਿੰਘ ਚੌਹਾਨ ਹੋਣਾ ਦੀ ਜਿਹੜੀ ਪਹਿਲਾਂ ਗੱਲ ਆਪਾਂ ਕੀਤੀ ਹੈ, ਉਸ ਦਿਨ ਉਹਨਾਂ ਦੇ ਆਲੇ ਦੁਆਲੇ ਤਾਂ ਐ ਝੁਰਮਟ ਪੈ ਗਿਆ ਬੀਜੇਪੀ ਵਾਲਿਆਂ ਦਾ। ਚਲੋ ਜਿਹੜਾ PM ਹੁੰਦਾ ਉਹਦਾ ਪ੍ਰੋਟੋਕਾਲ ਕੁਝ ਹੋਰ ਤਰੀਕੇ ਦਾ ਹੁੰਦਾ, ਬਹੁਤ ਤਰੀਕੇ ਨਾਲ ਸਾਰੀ ਸਿਲਸਿਲੇਵਾਰ ਚੀਜ਼ਾਂ ਚੱਲਦੀਆਂ ਨੇ, ਪਰ ਉਹ ਬਬਲ ਟੁੱਟਣਾ, ਉਸ ਤੋਂ ਬਾਅਦ ਗੱਲ ਕਰਨੀ, ਤੇ ਮੁੱਖ ਮੰਤਰੀ ਸਾਹਿਬ ਦਾ ਸਟੇਟ ਆਫ ਮਾਈਂਡ ਵੀ ਉਹ ਹੋਣਾ ਚਾਹੀਦਾ ਨਾ। ਉਹਦੇ ਲਈ ਉਹਨਾਂ ਦੀ ਤਾਂ ਆਪਣੀ ਸਿਹਤ ਨਹੀਂ ਠੀਕ। ਹੁਣ ਉਹਨਾਂ ਦੀ ਜਗ੍ਹਾ ਤੇ ਜੇਕਰ ਕੋਈ ਆਉਂਦਾ, ਉਹ ਕਿੰਨੀਆਂ ਤਾਕਤਾਂ ਦੇ ਨਾਲ ਆਉਂਦਾ ਹੈ, ਕਿੰਨਾ ਉਹਨਾਂ ਨੂੰ ਲਿਕੁਇਡਿਟੀ ਕਹਿ ਲਈਏ, ਉਹਨਾਂ ਨੂੰ ਇਮਿਊਨਿਟੀ ਦਿੱਤੀ ਜਾਂਦੀ ਹੈ ਵੀ ਤੁਸੀਂ ਕਿੰਨਾ ਖੁੱਲ ਕੇ ਉੱਥੇ ਕੇਸ ਰੱਖ ਸਕਦੇ ਹੋ। ਮੌਕੇ ਤੇ ਕਈ ਵਾਰੀ ਬਹੁਤ ਸਾਰੇ ਫੈਸਲੇ ਬਦਲਨੇ ਵੀ ਪੈ ਜਾਂਦੇ ਨੇ, ਕਈ ਵਾਰ ਮੂਡ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਹੁੰਦੀਆਂ ਨੇ। ਕਾਗਜ਼ੀ ਪੱਤਰੀ ਤੁਸੀਂ ਕੁਝ ਹੋਰ ਲਿਖਿਆ ਹੁੰਦਾ, ਮੌਕੇ ਤੇ ਤੁਹਾਨੂੰ ਅੱਗੇ PM ਕੁਝ ਹੋਰ ਤਰੀਕੇ ਦੇ ਨਾਲ ਟਰੀਟ ਕਰਦਾ, ਤਾਂ ਤੁਸੀਂ ਕਈ ਵਾਰ ਮੌਕੇ ਤੇ ਨਾਲ ਚੇਂਜ ਵੀ ਕਰਨੇ ਹੁੰਦੇ। ਬਿਊਰੋਕ੍ਰੇਸੀ ਪਿੱਛੇ ਦੌੜੀ ਫਿਰਦੀ ਹੈ ਨਾਲ ਨਾਲ। ਪਰ ਇਹ ਗੱਲ ਤੇ ਆਪਾਂ ਜ਼ਰੂਰ ਆਈਏ ਵੀ ਮੁੱਖ ਮੰਤਰੀ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ 20,000 ਕਰੋੜ ਮੰਗੀ ਜਾਂਦੇ ਨੇ, ਮੰਗਣਾ 1 ਲੱਖ ਕਰੋੜ ਚਾਹੀਦਾ। ਫਿਰ ਉਹ ਸਟੇਟ ਆਫ ਮਾਈਂਡ ਵਾਲੀ ਗੱਲ ਤੇ ਕੇਸ ਅੱਗੇ ਕੌਣ ਰੱਖੂਗਾ, ਇਹਦੀ ਗੱਲ ਤੇ ਵੀ ਧਿਆਨ ਦੇਣ ਦੀ ਬਹੁਤ ਲੋੜ ਹੈ। ਉਹ ਕੌਣ ਰੱਖੂਗਾ? ਤੁਹਾਨੂੰ ਕੌਣ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਉਸ ਸਥਿਤੀ 'ਚ ਹੈਗੇ ਨੇ ਕਿ ਉਹ ਮੰਜੇ ਤੋਂ ਉੱਠ ਕੇ ਆ ਜਾਣਗੇ ਮੈਦਾਨ 'ਚ? ਦੇਖੋ, ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹੈ, ਉਹਨਾਂ ਦੇ ਜਿਹੜੇ ਨੀਤੀ ਆਯੋਗ ਦੇ ਚੇਅਰਮੈਨ ਨੇ ਅਰਵਿੰਦ ਪਨਗੜੀਆ, ਉਹਨਾਂ ਨਾਲ ਮੈਨੂੰ ਲੱਗਦਾ ਕਿ ਮੀਟਿੰਗ ਫਿਕਸ ਕਰਨੀ ਚਾਹੀਦੀ। ਠੀਕ ਹੈ, ਨਰਿੰਦਰ ਮੋਦੀ ਸਾਹਮਣੇ ਵੀ ਰੱਖਣੀ ਚਾਹੀਦੀ। ਨਰਿੰਦਰ ਮੋਦੀ ਸਾਹਮਣੇ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਰੱਖਣੀ ਚਾਹੀਦੀ ਸੀਗੀ। ਚਲੋ ਇਸ ਮੌਕੇ ਉਹ ਮੌਜੂਦ ਨਹੀਂ ਰਹਿਣਗੇ ਤਾਂ ਪੰਜਾਬ ਦੇ ਫਾਈਨੈਂਸ ਮਿਨਿਸਟਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੀਡ ਕਰ ਸਕਦੇ ਨੇ, ਉਹ ਚੀਜ਼ਾਂ ਰੱਖ ਸਕਦੇ ਨੇ, ਤੇ ਆਪਣਾ ਜਿਹੜਾ 60,000 ਕਰੋੜ ਰੁਪਏ ਜਿਹੜਾ GST ਕਲੈਕਸ਼ਨ ਦਾ ਜਿਹੜਾ ਬਕਾਇਆ ਪੈਸਾ ਹੈਗਾ, ਉਹ ਵੀ ਮੰਗ ਸਕਦੇ ਨੇ ਕਿ ਯਾਰ ਸਾਡਾ 60,000 ਕਰੋੜ ਰੁਪਏ ਤਾਂ ਦੇ ਦਿਓ, ਅਸੀਂ ਰਾਹਤ ਕਾਰਜ ਜਿਹੜੇ ਰਾਹਤ ਦੇ ਕਾਰਜ ਨੇ ਉਹ ਸ਼ੁਰੂ ਕਰਨੇ ਨੇ। ਇਹ 2-4 ਚੀਜ਼ਾਂ ਹੋ ਸਕਦੀਆਂ ਨੇ। ਮੈਨੂੰ ਲੱਗਦਾਗਾ ਕਿ ਬੜਾ ਔਖਾ ਟਾਈਮ ਹੈ। ਸਹੀ ਕਿਹਾ ਤੁਸੀਂ। ਮਤਲਬ ਕੌਣ ਪੰਜਾਬ ਦੀ ਗੱਲ ਰੱਖੂਗਾ? ਜਿਵੇਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਕਿ ਨਹੀਂ ਆਪਾਂ ਤਾਂ ਆਪਣੇ ਆਪ ਹੀ ਕਰ ਲਾਂਗੇ, ਆਪਣੇ ਆਪ ਹੀ ਸਾਂਭ ਲਾਂਗੇ, ਸਾਨੂੰ ਕੇਂਦਰ ਸਰਕਾਰ ਦੀ ਲੋੜ ਨਹੀਂ, ਸਾਨੂੰ ਇਸ ਦੀ ਲੋੜ ਨਹੀਂ। ਮੈਨੂੰ ਲੱਗਦਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਇੰਸਟੀਟਿਊਸ਼ਨਲ ਸਪੋਰਟ ਹੁੰਦੀ ਹੈ, ਉਹ ਇੰਸਟੀਟਿਊਸ਼ਨਲ ਸਪੋਰਟ ਹੀ ਹੁੰਦੀ ਹੈ। ਜਿਹੜੀ ਚੈਰਿਟੀ ਹੁੰਦੀ ਹੈ ਉਹ ਵੱਡ ਹੁੰਦੀ ਹੈ। ਤੁਸੀਂ ਠੀਕ ਹੈ ਕਿ ਚੈਰਿਟੀ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜਿਹੜੀ ਸਰਕਾਰ ਨੂੰ ਵੋਟਾਂ ਦੇ ਕੇ ਜਿਤਾਇਆ ਹੈਗਾ ਤੇ ਜਿਹਨੂੰ ਅਸੀਂ ਟੈਕਸ ਕਲੈਕਟ ਕਰਕੇ ਦਿੰਦੇ ਆ, ਆਪਾਂ ਇੱਕ ਬਿਸਕਿਟ ਦਾ ਪੈਕੇਟ ਵੀ ਲੈਂਦੇ ਆ, ਉਹਦੇ ਤੇ ਵੀ ਟੈਕਸ ਕਲੈਕਟ ਕਰਦੀ ਹੈ ਸਰਕਾਰ। ਤੇ ਜਿਹੜੀ ਹਕੂਮਤ ਸਾਡੇ ਸਾਹ ਲੈਣ ਤੇ ਵੀ, ਪਾਣੀ ਪੀਣ ਤੇ ਵੀ ਟੈਕਸ ਕਲੈਕਟ ਕਰ ਰਹੀ ਹੈ, ਤੇ ਅਸੀਂ ਕਿਉਂ ਨਾ ਉਹ ਤੋਂ ਪੈਸੇ ਮੰਗੀਏ? ਇਹ ਵੀ ਉਹ ਕੋਈ ਸਰਕਾਰ ਦਾ ਪੈਸਾ ਥੋੜੀ। ਨਰਿੰਦਰ ਮੋਦੀ ਦੀ ਵਾਈਫ ਉਹਨੂੰ ਦਾਜ ਚ ਥੋੜੀ ਲੈ ਕੇ ਆਏ ਉਸ ਧਨ ਨੂੰ। ਉਹ ਜਿਹੜਾ ਅਮਾਉਂਟ ਦੇਣਗੇ ਉਹ ਦਾਜ ਚ ਥੋੜੀ ਮਿਲਿਆ ਨਰਿੰਦਰ ਮੋਦੀ ਨੂੰ, ਉਹ ਤਾਂ ਲੋਕਾਂ ਤੋਂ ਹੀ ਉਹ ਟੈਕਸ ਕਲੈਕਟ ਕਰਕੇ ਲੈ ਰਹੇ ਨੇ। ਪੰਜਾਬ ਦਾ ਹੀ ਟੈਕਸ ਕਲੈਕਟ ਕਰਕੇ ਲਿਆ ਹੋਇਆ ਪੈਸਾ ਗਾ, ਤਾਂ ਅਸੀਂ ਤਾਂ ਮੰਗਾਂਗੇ ਸਾਡਾ ਹਿੱਸਾ। 60,000 ਕਰੋੜ ਰੁਪਇਆ ਜਿਹੜਾ ਬਕਾਇਆ ਪਹਿਲਾਂ ਤਾਂ ਉਹ ਦਿਓ, ਉਸ ਤੋਂ ਬਾਅਦ ਜਿੰਨੀ ਲੋੜ ਹੈਗੀ ਆ ਉਹ ਸਾਰੇ ਪੂਰਤੀ ਕਰੋ, ਮੁਆਵਜ਼ਾ ਪ੍ਰੋਪਰ ਦਿਓ, ਲੋਕਾਂ ਦੇ ਘਰ ਬਣਵਾਓ। ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਚੈਰਿਟੀ ਨੂੰ ਬਹੁਤ ਵੱਡਾ ਮੰਨ ਲੈਣਾ ਲੋਕਾਂ ਦੀਆਂ, ਉਹ ਲੋਕਾਂ ਦੀ ਨੂੰ ਉਹਨੂੰ ਉਹ ਠੀਕ ਗੱਲ ਨਹੀਂ ਹੈ। ਵਧੀਆ ਗੱਲ ਮਤਲਬ ਇਹਦੇ ਚ ਜਿਹੜਾ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਇਹਦੇ ਚ ਇੱਕੋ ਗੱਲ ਕੱਢਣ ਵਾਲੀ ਹੈਗੀ, ਉਹ ਪੰਜਾਬੀਅਤ। ਮਤਲਬ ਪੰਜਾਬ ਦੇ ਲੋਕ ਮੁਸ਼ਕਲ ਸਥਿਤੀ ਚ ਹੈਗੇ, ਡਿਫਿਕਲਟੀ ਚ ਹੈਗਾ, ਫਿਰ ਵੀ ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਇਕਜੁੱਟ ਹੋ ਕੇ ਖੜੇ ਨੇ। ਇਹ ਖੂਬਸੂਰਤ ਗੱਲ ਹੈ, ਸਿਰਫ ਇਹੀ ਗੱਲ ਕੱਢਣੀ ਚਾਹੀਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਤੁਹਾਡੇ ਤੋਂ ਟੈਕਸ ਕਲੈਕਟ ਕਰ ਰਿਹਾ ਹੈਗਾ, ਤੁਹਾਡੇ ਤੇ ਹਕੂਮਤ ਕਰ ਰਿਹਾ ਹੈਗਾ, ਉਹ ਤੋਂ ਕੁਝ ਮੰਗੋ ਹੀ ਨਾ। ਉਹ ਕੋਈ ਆਪਾਂ ਉਹਦੇ ਤੋਂ ਕੋਈ ਬੈਗਿੰਗ ਥੋੜੀ ਨਾ ਕਰ ਰਿਹਾ, ਕੋਈ ਭੀਖ ਥੋੜੀ ਨਾ ਮੰਗ ਰਿਹਾ। ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ, ਤੇ ਹੱਕ ਮੰਗਣਾ ਕੋਈ ਗਲਤ ਨਹੀਂ ਹੁੰਦਾ ਮੈਨੂੰ ਲੱਗਦਾ ਹੈਗਾ। ਇਸ ਕਰਕੇ ਕੇਂਦਰ ਸਰਕਾਰ ਦੇ ਨਾਲ ਵਧੀਆ ਮਤਲਬ ਆਪਾਂ ਕਹੀਏ ਕਿ ਪੰਜਾਬ ਦਾ ਕੇਸ ਚੱਜ ਦੇ ਤਰੀਕੇ ਨਾਲ ਰਿਪਰੈਜ਼ੈਂਟ ਹੋਣਾ ਚਾਹੀਦਾ। ਜੇ ਕੇਂਦਰ ਸਰਕਾਰ ਪੰਜਾਬ ਦੀ ਅਣਦੇਖੀ ਕਰਦੀ ਹੈ, ਅਣਗਹਿਲੀ ਕਰਦੀ ਹੈਗੀ ਆ, ਉਹਨੂੰ ਰਾਹਤ ਨਹੀਂ ਦਿੰਦੀ ਹੈਗੀ ਆ, ਫਿਰ ਜੇ ਪ੍ਰੋਟੈਸਟ ਕਰਨਾ ਪਿਆ ਕਿਸਾਨਾਂ ਨੂੰ ਤਾਂ ਪ੍ਰੋਟੈਸਟ ਵੀ ਕਰਨਾ ਚਾਹੀਦਾ ਕਿ ਸਾਡਾ ਵੇਅਰ ਇਜ਼ ਆਰ ਸਪੈਸ਼ਲ ਰਿਲੀਫ ਪੈਕੇਜ। ਤਾਂ ਸਪੈਸ਼ਲ ਰਿਲੀਫ ਪੈਕੇਜ ਤਾਂ ਮੰਗਿਆ ਹੀ ਜਾਣਾ ਚਾਹੀਦਾ ਮੈਨੂੰ ਲੱਗਦਾ ਗਾ। ਜਿਵੇਂ ਸੁੱਖੂ ਜਿਸ ਹਿਸਾਬ ਨਾਲ ਪ੍ਰੈਜੈਂਟੇਸ਼ਨਾਂ ਬਣਾਈ ਫਿਰਦਾ ਹੈਗਾ, ਆਪਣੇ ਕੇਸ ਨੂੰ ਸਟਰੋਂਗ ਕਰੀ ਫਿਰਦਾ ਹੈਗਾ, ਮੈਨੂੰ ਲੱਗਦਾ ਪੰਜਾਬ ਹਕੂਮਤ ਨੂੰ ਵੀ, ਪੰਜਾਬ ਦੀ ਸੂਬੇ ਸਰਕਾਰ ਨੂੰ ਵੀ ਕਰਨਾ ਚਾਹੀਦਾ ਆਪਣਾ ਕੇਸ ਸਟਰੋਂਗ, ਤੇ ਪ੍ਰੈਜੈਂਟੇਸ਼ਨ ਕਰਨੀ ਚਾਹੀਦੀ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ।